ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬੈਸੀਠ। ਹਰ ਨਾਮੋ ਮੰਤਰ ਦ੍ਰਿੜਾਏਂਦਾ ਕੱਟੇ ਹਉ ਮੈਂ ਰੋਗ। ਨਾਨਕ ਸਤਿਗੁਰ ਤੇ ਨਾ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹ। ਜਿਸ ਪਾਸ ਬੈਠਿਆ ਸੋਹੀ ਐ ਸਭਨਾਂ ਦਾ ਵੇਸਾ। ਵਾਹਿਗੁਰੂ ਜੀ ਗੁਰ ਪ੍ਰਸਾਦੀ ਰੰਗੇ ਰਾਤਾ। ਅੰਮ੍ਰਿਤ ਪੀਆ ਸਾਚੇ ਮਾਤਾ। ਗੁਰ ਵਿਚਾਰੀ ਅਗਨ ਨਿਵਾਰੀ। ਅਪਿਆਉ ਪੀਓ ਆਤਮ ਸੁਖ ਧਾਰੀ। ਸੱਚ ਅਰਾਧਿਆ ਗੁਰਮੁਖ ਤਰ ਤਾਰੀ। ਨਾਨਕ ਬੁਝੈ ਕੋ ਵਿਚਾਰੀ। ਗੁਰ ਪ੍ਰਸਾਦੀ ਰੰਗੇ ਰਾਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਜੀ ਸ਼੍ਰਵਣ ਕਰ ਰਹੇ ਹੋ ਅੰਮ੍ਰਿਤ ਬਾਣੀ ਰੇਡੀਓ ਤੋਂ ਸਿੱਧ ਗੋਸ਼ਟ ਬਾਣੀ 945 ਅੰਗ ਤੇ ਹੁਣ ਤੱਕ 62 ਪੌੜੀਆਂ ਸ਼੍ਰਵਣ ਕਰ ਚੁੱਕੇ ਹਾਂ। 63ਵੀਂ ਪੌੜੀ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਸਿੱਧਾਂ ਨੇ ਪ੍ਰਸ਼ਨ ਕੀਤੇ ਨੇ, ਸਤਿਗੁਰੂ ਜੀ ਨੇ ਉਹਨਾਂ ਦੇ ਨਾਲ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦੇ ਕੇ ਕਿਰਤਾਰਥ ਕੀਤਾ ਹੈ। ਗੁਰਬਾਣੀ ਦੇ ਵਿਚਾਰ ਆਪਾਂ ਨੂੰ ਵੀ ਪ੍ਰਾਪਤ ਹੋ ਰਹੇ ਹਨ। ਸਤਿਗੁਰੂ ਫਰਮਾਉਂਦੇ ਨੇ, ਪਿਛਲੀ ਪੌੜੀ ਵਿੱਚ ਬਚਨ ਸੀ, ਰੰਗ ਨਾ ਰਾਤਾ ਰਸ ਨਹੀਂ ਮਾਤਾ। ਬਿਨ ਗੁਰ ਸ਼ਬਦੈ ਜਲ ਬਲ ਤਾਤਾ। 63ਵੀਂ ਪੌੜੀ ਵਿੱਚ ਮਹਾਰਾਜ ਕਿਰਪਾ ਕਰ ਰਹੇ ਨੇ, ਗੁਰ ਪ੍ਰਸਾਦੀ ਰੰਗੇ ਰਾਤਾ। ਜਿਹੜਾ ਰੰਗ ਵਿੱਚ ਰੰਗਿਆ ਹੋਇਆ ਨਾ ਕੋਈ ਵੀ ਰੱਬ ਦਾ ਪਿਆਰਾ ਗੁਰੂ ਦੀ ਕਿਰਪਾ ਨਾਲ ਸਾਡੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਫਿਰ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਉਹ ਜੋਤ ਜਗੀ। ਫਿਰ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਕਿਰਪਾ ਕੀਤੀ। ਇਸੇ ਤਰ੍ਹਾਂ ਅੱਗੇ ਤੋਂ ਅੱਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਉਹ ਜੋਤ ਬਿਰਾਜਮਾਨ ਕੀਤੀ। ਭਾਵ ਗੁਰਤਾ ਗੱਦੀ ਪ੍ਰਗਟ ਕੀਤੀ ਸੰਸਾਰ ਦੇ ਵਿੱਚ। ਜਿਵੇਂ ਆਪ ਜੀ ਬਚਨ ਸ਼੍ਰਵਣ ਕਰਦੇ ਹੋ ਭੱਟਾਂ ਦੇ ਸਵਈਆਂ 'ਚ, ਭਨ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਇਹ ਬਚਨ ਸਾਰਿਆਂ ਸਰੂਪਾਂ ਲਈ ਹੀ ਹਨ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਪ੍ਰਤੱਖ ਹਰ ਸਰੂਪ ਜਾਣ ਕੇ ਇਹ 100% ਸਰਧਾ ਜਿਹੜੀ ਰੱਖਣੀ ਹੈ ਮਹਾਰਾਜ ਤੇ, ਇਹਦੇ ਨਾਲ ਹੀ ਅਸਲ ਵਿੱਚ ਕਿਰਪਾ ਹੁੰਦੀ ਹੈ। ਕਿਸੇ ਵੀ ਕਰਮ ਦੇ ਵਿੱਚ ਪ੍ਰਵੇਸ਼ ਹੋਇਆਂ ਹੀ ਉਸ ਕਰਮ ਦਾ ਗਿਆਨ ਹੁੰਦਾ। ਕਈ ਸਾਡੇ ਵੀਰ ਸ਼ਰਧਾ ਬੜੀ ਹੈ ਪਰ ਸਤ ਸੰਗਤ ਵਿੱਚ ਜੋ ਨਹੀਂ ਆਏ, ਕਦੇ ਹੱਥੀਂ ਸੇਵਾ ਨਹੀਂ ਕੀਤੀ, ਗੋਰੇ ਇਤਿਹਾਸ ਨਹੀਂ ਸ਼੍ਰਵਣ ਕੀਤਾ, ਕਥਾ ਕੀਰਤਨ ਵੱਲ ਧਿਆਨ ਨਹੀਂ ਦਿੱਤਾ ਇੰਨਾ, ਉਹ ਸ਼ਰਧਾ ਪਿਆਰ ਹੈ
ਉਹ ਕਈ ਤਰ੍ਹਾਂ ਦੇ ਫਿਰ ਐਸੇ ਪ੍ਰਸ਼ਨ ਜਦੋਂ ਕਰ ਦਿੰਦੇ ਨੇ, ਫਿਰ ਇਹੀ ਮਨ ਅੰਦਰ ਵਿਚਾਰੀਦਾ ਹੈ ਕਿ ਇਹ ਥਿਊਰੀ ਹੀ ਇਕੱਲੀ ਜਾਣਦਾ, ਪ੍ਰੈਕਟੀਕਲੀ ਲਾਈਫ ਨਹੀਂ ਹੈ ਇਹਦੀ। ਕਿਉਂਕਿ ਆਓ ਪ੍ਰੈਕਟੀਕਲੀ ਲਾਈਫ ਦੇ ਵਿੱਚ ਆਓ, ਸਤਿਗੁਰੂ ਮਹਾਰਾਜ ਤਾਂ ਕਿਰਪਾ ਕਰਦੇ ਹਨ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖਦੇ ਹਨ ਕਿ ਜਦੋਂ ਤੱਕ ਸਾਡੀ ਜ਼ਿੰਦਗੀ ਪ੍ਰੈਕਟੀਕਲੀ ਨਹੀਂ ਹੈ, ਉਦੋਂ ਤੱਕ ਸਾਡੇ ਉੱਤੇ ਮਿਹਰ ਨਹੀਂ ਹੁੰਦੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਇਹੀ ਬਚਨ ਕਰਦੇ ਨੇ ਕਿ ਸਤਿਗੁਰੂ ਦੀ ਕਿਰਪਾ ਨਾਲ ਜਿਹੜਾ ਜੀਵ ਵਾਹਿਗੁਰੂ ਦੇ ਪ੍ਰੇਮ ਵਿੱਚ ਰਤਾ ਰਹਿੰਦਾ ਹੈ, ਗੁਰ ਪ੍ਰਸਾਦੀ ਰੰਗੇ ਰਾਤਾ, ਅੰਮ੍ਰਿਤ ਪੀਆ ਸਾਚੇ ਮਾਤਾ, ਉਸਨੇ ਨਾਮ ਰੂਪੀ ਅੰਮ੍ਰਿਤ ਪੀਤਾ ਹੈ ਅਤੇ ਉਹ ਸੱਚੇ ਹਰੀ ਵਾਹਿਗੁਰੂ ਵਿੱਚ ਮਗਨ ਹੋ ਗਿਆ, ਆਨੰਦਿਤ ਹੋ ਗਿਆ। ਇਹ ਪਾਠਾਂ ਦੀ ਇੱਕ ਵਿਚਾਰ ਨਾਲ ਨਾਲ ਚੱਲਦੀ ਰਹਿੰਦੀ ਹੈ ਕਿ ਐੜੇ ਉੱਤੇ ਟਿੱਪੀ ਅੰਗ, ਇਹ ਹਾਹੇ ਦੇ ਟਿੱਪੀ ਲੱਗ ਜੇ ਹੰਗ ਕੰਗ ਸਹਿ ਭੰਗ। ਇਹ ਅਸਲ ਵਿੱਚ ਟਿੱਪੀ ਜਿਹੜੀ ਹੈ ਗੰਗੇ ਦੀ ਆਵਾਜ਼ ਦਿੰਦੀ ਹੈ, ਸਹਿ ਭੰਗ। ਹੁਣ ਇੱਥੇ ਜਦੋਂ ਬੋਲਦੇ ਆ ਪਾਠ ਅੰਗ, ਮੰਮੇ ਦੇ ਪੈਰ ਵਿੱਚ ਰਾਰਾ, ਸਿਹਾਰੀ ਮੰਮੇ ਨੂੰ, ਤੱਤੇ ਨੂੰ ਔਂਕੜ, ਅੰਮ੍ਰਿਤ। ਅੰਮ੍ਰਿਤ ਦਾ ਭਾਵ ਹੈ ਮ੍ਰਿਤ ਹੁੰਦੀ ਮੌਤ, ਅੰਗ ਹੁੰਦਾ ਰਹਿਤ, ਮੌਤ ਤੋਂ ਰਹਿਤ ਹੋਣਾ। ਹੁਣ ਸਤਿਗੁਰੂ ਮਹਾਰਾਜ ਨੇ ਅੱਗੇ ਵਿਚਾਰਤਾ ਸਾਚੇ, ਜੇ ਕਹੀਏ ਮਾਤਾ, ਮਾਤਾ ਤਾਂ ਹੁੰਦੀ ਹੈ ਮਾਤਾ, ਅਤੇ ਮਾਤਾ ਹੁੰਦਾ ਮਸਤ ਹੋਣਾ। ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ। ਮਾਤੇ ਮਸਤ ਹੋਏ ਹੋਏ, ਮਾਤਾ ਮਾਤਾ ਪਿਤਾ। ਇਉਂ ਪਾਠਾਂ ਦੀ ਵਿਚਾਰ ਵੀ ਨਾਲ ਨਾਲ ਸੰਥਿਆ ਦੇ ਵਿੱਚ ਆਪ ਸ਼ਰਵਣ ਕਰਦੇ ਹੋ। ਸੰਥਿਆ ਬਹੁਤ ਜ਼ਰੂਰੀ ਚੀਜ਼ ਹੈ। ਸੋ ਤਾਈਓ ਉਦਮ ਕੀਤਾ ਹੈ ਕਿ DVD ਜਿਹੜੀ 7.5 ਘੰਟੇ ਦੀ, ਜਿਹਦੇ 'ਚ ਇੰਗਲਿਸ਼ ਢੰਗ ਦੇ ਨਾਲ ਊੜਾ ਐੜਾ ਈੜੀ ਸੱਸਾ ਹਾਹਾ ਲਿਖਣਾ ਬੱਚਿਆਂ ਨੂੰ। ਅੱਜ ਦੇ ਯੁੱਗ ਵਿੱਚ ਸਾਰੇ ਥਾਂ ਹੀ ਇੰਗਲਿਸ਼ ਪ੍ਰਧਾਨ ਹੈ, ਹਰ ਜਗ੍ਹਾ। ਕਿਸੇ ਵੀ ਦੇਸ਼ ਵਿੱਚ ਸ਼ੁਰੂ ਹੀ ਪਹਿਲਾਂ ABC ਹੁੰਦੀ ਹੈ। ਚਲੋ ਕਹਿੰਦੇ ਊੜਾ ਐੜਾ ਤਾਂ ਆਪਣੀ ਹੀ ਬੋਲੀ ਆਏ ਤਾਂ ਤੀਸਰੀ ਚੌਥੀ ਕਲਾਸ ਵਿੱਚ ਸ਼ੁਰੂ ਕਰਾ ਦਿਆਂਗੇ। ਹੁਣ ਜਦੋਂ ਵੱਡੀ ਉਮਰ 'ਚ ਬੱਚੇ ਹੋ ਗਏ ਤਾਂ ਉਹਨਾਂ ਨੂੰ ਇਹਦੀ ਸੋਝੀ ਨਹੀਂ ਪੈਂਦੀ ਕਿ ਕਿਵੇਂ ਊੜਾ ਲਿਖਣਾ ਹੈ। ਜਦੋਂ ਕਿ ਇਕੱਲੀ B ਲਿਖਦੀ ਹੈ, ਜੇ B ਵੱਡੀ B ਕੈਪੀਟਲ ਲੈਟਰ ਦੇ ਵਿੱਚ, ਤਾਂ ਉਹੀ ਊੜਾ ਬਣ ਜਾਂਦੀ। ਜੇ ਇਕੱਲਾ 3 ਲਿਖਦੀ ਹੈ ਤਾਂ ਉਹ ਵੀ ਊੜਾ ਬਣ ਜਾਂਦਾ। 2 ਬਰਾਬਰ ਬਰਾਬਰ ਪਾ ਦਈਏ ਜੇ 1, ਥੱਲੇ C ਲਿਖਦੀ ਹੈ ਤਾਂ ਈਡੀ ਬਣ ਜਾਂਦੀ। ਇਸ ਢੰਗ ਨਾਲ ਸਿਖਾਇਆ ਜਾਂਦਾ। ਛੋਟਾ R, ਫਿਰ ਇੱਕ R, ਫਿਰ 1 ਐੜਾ ਬਣ ਜਾਂਦਾ। ਕੋਸ਼ਿਸ਼ ਕੀਤੀ ਕਿ ਇੰਗਲਿਸ਼ ਵਾਲੇ ਬੱਚਿਆਂ ਨੂੰ ਇਹਦੇ ਨਾਲ ਗੁਰਮੁਖੀ ਲਿਪੀ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਟਿੱਪੀ ਸਭ ਯਾਦ ਹੋ ਜਾਵੇ। ਇਹ ਸਾਡਾ ਮੁੱਢ ਹੈ। ਜਿਵੇਂ ਕੀਰਤਨ ਸਿੱਖਣ ਵਾਲਿਆਂ ਨੂੰ ਜ਼ਰੂਰੀ ਹੈ ਕਿ ਸਾਰੇ ਗਾਮਾ ਪਾਧਾ ਨੀਸਾ ਜ਼ਰੂਰੀ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਗੁਰ ਵਿਚਾਰੀ ਅਗਨ ਨਿਵਾਰੀ। ਜੋ ਗੁਰੂ ਦੇ ਸ਼ਬਦ ਨੂੰ ਵਿਚਾਰਨ ਵਾਲਾ ਹੈ ਨਾ, ਗੁਰ ਦਾ ਵਿਚਾਰੀ ਹੋ ਕੇ ਸ਼ਬਦ ਦੀ ਵਿਚਾਰ ਕਰਦਾ ਹੈ, ਗੁਰ ਸ਼ਬਦ ਦੀ, ਅਗਨ ਨਿਵਾਰੀ। ਉਹਨਾਂ ਨੇ ਆਪਣੇ ਅੰਦਰੋਂ ਤ੍ਰਿਸ਼ਨਾ ਰੂਪੀ ਜਿਹੜੀ ਅੱਗ ਹੈ ਬਲਦੀ ਹੋਈ, ਇਹਨੂੰ ਦੂਰ ਕਰ ਲਿਆ। ਤ੍ਰਿਸ਼ਨਾ ਇੱਕ ਐਸੀ ਚੀਜ਼ ਹੈ ਕਿ ਚਿੱਤ ਕਰਦਾ ਕਿ ਪੈਸੇ ਹੋਰ ਹੋਣ, ਜੋੜ ਲਈਏ। 10 ਵਸਤੂ ਲਈ ਪਾਛੈ ਪਾਵੈ। 10,000 ਆ ਗਿਆ ਬੈਂਕ ਜਮ੍ਹਾਂ, 20 ਆ ਗਿਆ ਬੈਂਕ ਜਮ੍ਹਾਂ, 50 ਆ ਗਿਆ ਬੈਂਕ ਜਮ੍ਹਾਂ, ਲੱਖਾਂ ਕਰੋੜਾਂ ਅਰਬਾਂ ਖਰਬਾਂ ਬੈਂਕ ਜਮ੍ਹਾਂ, ਜੇਬ ਥੋੜ੍ਹੇ ਜਿਹੇ ਰੱਖਣੇ। ਲਓ ਜੀ, ਪੈਸੇ ਹੀ ਨਹੀਂ ਕਿਤੋਂ ਆਏ। ਜ਼ਿੰਦਗੀ ਦੇ ਅੰਤ ਤੱਕ ਪੈਸੇ ਨੂੰ ਖਰਚ ਕੇ ਉਹਦੀਆਂ ਸੁੱਖ ਸਹੂਲਤਾਂ ਲੈਣ ਦੀ ਬਜਾਏ ਜਮ੍ਹਾਂ ਕਰਨ ਨੂੰ ਮਨ ਜ਼ਿਆਦਾ ਲੋਚਦਾ। ਜਾਂ ਸੇਵਾ ਨਹੀਂ ਕਰਨੀ, ਦਸਵੰਧ ਨਹੀਂ ਕੱਢਣਾ, ਘਟ ਨਾ ਜਾਣ ਕਿਤੇ। ਪਰ ਇਹ ਗੱਲ ਮਨ ਵਿੱਚੋਂ ਕੱਢ ਦੇਣੀ ਚਾਹੀਦੀ ਹੈ। ਦਸਵੰਧ ਕੱਢਣ ਦੇ ਨਾਲ ਹਮੇਸ਼ਾ ਬਰਕਤ ਰਹਿੰਦੀ ਹੈ। ਤਿੱਚਰ ਮੂਲ ਨਾ ਥੁੜੀਂਦੋ ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਅਪਿਓ ਪੀਓ ਆਤਮ ਸੁੱਖ ਧਾਰੀ। ਹੁਣ ਜਿਨ੍ਹਾਂ ਨੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਨੂੰ ਪਹਿਲਾਂ ਦੂਰ ਕੀਤਾ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ, ਉਹਨੇ ਨਾਮ ਰੂਪੀ ਅੰਮ੍ਰਿਤ ਪੀਤਾ ਹੈ ਅਤੇ ਉਹ ਆਤਮਿਕ ਸੁੱਖ ਧਾਰਨ ਵਾਲਾ ਬਣ ਗਿਆ। ਸੁੱਖ ਦੇ ਖੱਖੇ ਨੂੰ ਔਂਕੜ ਹੈ। ਜੇ ਖੱਖੇ ਨੂੰ ਔਂਕੜ ਨਾ ਹੋਵੇ ਤਾਂ ਬਹੁਤ ਜ਼ਿਆਦਾ ਸੰਸਾਰੀ ਜੇ ਸੁੱਖ, ਬਹੁਤੇ ਸੁੱਖ। ਹੁਣ ਇਹ ਸੁੱਖ ਸਿਰਫ ਆਤਮਿਕ ਸੁੱਖ ਵੱਲ ਸੰਕੇਤ ਕਰਦਾ,
ਕਿ ਆਤਮਿਕ ਸੁਖ ਧਾਰੀ ਹੋ ਗਿਆ। ਵੈਸੇ ਵੀ ਲਿਖਿਆ ਆਤਮ ਸੁਖ ਧਾਰੀ, ਸੁਖ ਧਾਰਨ ਵਾਲਾ ਬਣ ਜਾਂਦਾ ਹੈ। ਸੱਚ ਆਰਾਧਿਆ ਗੁਰਮੁਖ ਤਾਰੋ ਤਾਰੀ, ਜਿਸ ਨੇ ਸੱਚੇ ਪਰਮੇਸ਼ਰ ਨੂੰ ਸਿਮਰਿਆ ਹੈ ਨਾ, ਉਸਨੇ ਵਾਹਿਗੁਰੂ ਅਕਾਲ ਪੁਰਖ ਨੂੰ ਜਿਹਨੇ ਸਿਮਰਿਆ, ਉਹਨੇ ਗੁਰੂ ਰਾਹੀਂ ਸੰਸਾਰ ਸਾਗਰ ਤੋਂ ਤਰਨ ਲਈ ਮਾਨੋ ਇੱਕ ਪ੍ਰਕਾਰ ਦੀ ਬੇੜੀ ਪ੍ਰਾਪਤ ਕਰ ਲਈ ਹੈ। ਜਹਾਜ਼ 'ਤੇ ਚੜ੍ਹ ਗਿਆ। ਸੌਖਾ ਸਾਧਨ ਹੈ ਨਾਮ। ਸੋ ਇਸ ਕਰਕੇ ਅੱਖਰ ਕੱਲਾ ਕੱਲਾ ਬੋਲਣਾ, ਦੇਖਣਾ ਉਹਦੀ ਬਣਤਰ ਨੂੰ, ਜਿਵੇਂ ਸੱਚ ਦੇ ਚੱਚੇ ਨੂੰ ਔਂਕੜ ਹੈ, ਸੱਚ ਆਰਾਧਿਆ ਗੁਰਮੁਖ ਖ, ਇੱਕ ਹੁੰਦਾ ਗੁਰਮੁਖ, ਇੱਕ ਹੁੰਦਾ ਗੁਰਮੁਖ, ਅਲੱਗ-ਅਲੱਗ ਵੀ ਹੁੰਦਾ ਗੁਰਮੁਖ। ਤਾਂ ਗੁਰਮੁਖ ਤਾਰੋ ਤਾਰੀ, ਤਾਰ ਦੇ ਰਾਰੇ ਨੇ ਵੀ ਔਂਕੜ ਹੈ। ਇਹ ਸਾਰਾ ਕੁਝ ਜਣਾਉਂਦੇ ਨੇ ਕਿ ਇਹ ਤਾਰੋ ਦਾ ਅਰਥ ਇੱਥੇ ਕੀ ਹੈ, ਕਿਉਂ ਲਿਖਿਆ। ਕਿਉਂਕਿ ਤਾਰ ਬੇੜੀ, ਤਾਰੀ ਹੁੰਦਾ ਤਰਨ ਲਈ, ਤਰਨ ਵਾਸਤੇ। ਇਹ ਜਿਤਨੇ ਵੀ ਔਂਕੜ ਦੁਲੈਂਕੜ ਲੱਗੇ ਹੋਏ ਨੇ, ਸਿਹਾਰੀਆਂ ਬਿਹਾਰੀਆਂ, ਇਹਨਾਂ ਦਾ ਭਾਵ ਅਰਥ ਹੁੰਦਾ। ਸਮਝਣ ਦੇ ਨਾਲ ਅਰਥ ਦਾ ਗਿਆਨ ਹੁੰਦਾ। ਨਾਨਕ ਬੂਝੈ ਕੋ ਵਿਚਾਰੀ। ਹੁਣ ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਇਹ ਤੱਤ ਵਾਲੀ ਗੱਲ ਹੈ, ਇਹਨੂੰ ਸਾਰੇ ਬੰਦੇ ਨਹੀਂ ਸਮਝ ਸਕਦੇ। ਕੋਈ ਵਿਰਲਾ ਵਿਚਾਰਵਾਨ ਜਿਹੜਾ ਹੋਵੇ ਉਹੀ ਸਮਝ ਸਕਦਾ ਜਦੋਂ ਸੋਝੀ ਵਾਲਾ ਹੋ ਜਾਂਦਾ। ਕਿਉਂਕਿ ਮਹਾਰਾਜ ਦਾ ਬਚਨ ਇਹ ਜਿਹੜਾ ਹੈ ਕਿ ਗੁਰੂ ਸਾਹਿਬ ਦੇ ਉਪਦੇਸ਼ ਤੋਂ ਬਿਨਾਂ ਨਾ ਸ਼ਬਦ ਗਿਆਨ ਪ੍ਰਾਪਤ ਹੁੰਦਾ, ਨਾ ਆਤਮਿਕ ਆਨੰਦ ਆਉਂਦਾ, ਨਾ ਹੀ ਹਉਮੈ, ਦੇਹ ਅਧਿਆਸ ਅਤੇ ਭੇਖ ਅਭਿਮਾਨ ਦੀ ਤਪਸ਼ ਦੂਰ ਹੁੰਦੀ ਹੈ। ਹੁਣ ਜਿਹੜੇ ਸਤਿਗੁਰੂ ਦੇ ਉਪਦੇਸ਼ ਨਾਲ ਰੰਗੇ ਜਾਂਦੇ ਹਨ, ਉਹਨਾਂ ਨੂੰ ਹੀ ਆਨੰਦ ਪ੍ਰਾਪਤ ਹੁੰਦਾ। ਜਿਸ ਨੇ ਸਤਿਗੁਰੂ ਜੀ ਦੀ ਬਾਣੀ ਵਿਚਾਰੀ ਹੈ, ਬਾਣੀ ਦੀ ਵਿਚਾਰ ਨਾਲ ਉਹਦੀ ਸਾਰੀ ਮਨ ਦੀ ਤ੍ਰਿਸ਼ਨਾ ਰੂਪੀ ਅੱਗ ਜਿਹੜੀ ਅੰਦਰ ਬਲਦੀ ਹੋਈ ਦੂਰ ਹੋ ਜਾਂਦੀ। ਗੁਰੂ ਦਾ ਉਪਦੇਸ਼ ਕਮਾਉਣ ਤੋਂ ਬਿਨਾਂ ਜਿਹੜੀ ਹੈ ਨਾ, ਮਨ ਦੀ ਤ੍ਰਿਪਤੀ ਹੋਣੀ ਬਹੁਤ ਔਖੀ ਹੈ। ਉਪਦੇਸ਼ ਨੂੰ ਵਿਚਾਰਨਾ, ਸੁਣਨਾ, ਅਗਲੀ ਹੈ ਕਿਰਿਆ ਕਮਾਉਣਾ। ਜੋਗੀਆਂ ਦਾ ਜਿਹੜਾ ਮੱਤ ਹੈ, ਹੱਠ ਨਾਲ ਬਿੰਦ ਰੱਖਣ ਵਾਲਾ, ਜਦੋਂ ਕਿ ਸਤਿਗੁਰੂ ਦਾ ਸਿਧਾਂਤ ਹੈ ਗ੍ਰਸਤੀ ਮਾਰਗ ਵਿੱਚ ਰਹਿ ਕੇ ਏਕਾ ਨਾਰੀ ਜਤੀ ਹੋਏ ਵਾਲਾ। ਮਹਾਰਾਜ ਜੀ 10ਵੇਂ ਪਾਤਸ਼ਾਹ ਫਰਮਾਉਂਦੇ ਨੇ, ਨਿਜ ਨਾਰੀ ਕੇ ਸਾਥ ਨਿਹੁ ਤੁਮ ਨਿਤ ਬਢਾਈ ਹੋ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਈ ਹੋ। ਕਿਉਂ ਵੀ ਸੁਪਨੇ ਵਿੱਚ ਵੀ ਧਿਆਨ ਪਰਾਏ ਘਰ ਵੱਲ ਨਾ ਜਾਵੇ। ਇਹ ਬੜੀ ਉਸਾਰੂ ਪਹੁੰਚ ਮਹਾਰਾਜ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਅਖੀਰ ਨੂੰ ਦੁਨੀਆ ਚਾਹੇ ਅੱਜ ਤੋਂ 5 ਸਾਲ ਨੂੰ, 10 ਨੂੰ, 20 ਨੂੰ ਇੱਥੇ ਕੁ ਮੁੜ ਕੇ ਆਵੇਗੀ, ਕਿਉਂਕਿ ਆਪਾਂ ਕੁਦਰਤ ਦੇ ਨਿਯਮਾਂ ਨੂੰ ਭੰਗ ਕਰਕੇ ਉਹਦੇ ਵਿੱਚੋਂ ਜਿਹੜਾ ਸੁੱਖ ਲੈਣ ਦਾ ਯਤਨ ਕਰਦੇ ਹਾਂ, ਉਹ ਨੁਕਸਾਨਦੇਹ। ਕਈ ਬਿਮਾਰੀਆਂ ਉਹਦੇ ਨਾਲ ਲੱਗ ਜਾਂਦੀਆਂ ਨੇ। ਅਸਲ ਮਨੁੱਖਾ ਜਨਮ ਇਹਨਾਂ ਕੰਮਾਂ ਲਈ ਪ੍ਰਾਪਤ ਨਹੀਂ ਹੋਇਆ। ਮਨੁੱਖਾ ਜਨਮ ਜਿਸ ਕੰਮ ਲਈ ਮਿਲਿਆ ਉਹਦੇ ਬਾਰੇ ਸਮਝਣਾ ਚਾਹੀਦਾ, ਮੈਂ ਕੀ ਕਰਨ ਆਇਆ। ਹੁਣ ਗੁਰੂ ਸਾਹਿਬ ਸਿੱਧਾਂ ਨੂੰ ਸ਼ਬਦ ਦੀ ਸਰਬ ਸਮਰੱਥਾ ਦੱਸ ਰਹੇ ਨੇ, ਨਾਲ ਨਾਲ ਆਪਾਂ ਨੂੰ ਵੀ ਦੱਸ ਰਹੇ ਨੇ। ਕਿਉਂਕਿ ਜਿਸ ਸ਼ਬਦ ਦੇ ਆਸਰੇ ਆਤਮਿਕ ਟਿਕਾਓ ਆਉਂਦਾ, ਆਤਮਦਰਸ਼ੀ ਬਣਨ ਲਈ ਅੰਮ੍ਰਿਤ ਰਸ ਭੋਜਨ ਦਾ ਭਿਖਾਰੀ ਬਣਨ ਦੀ ਲੋੜ ਹੁੰਦੀ। ਹਮ ਭੀਖ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਪਾਉਣ ਮਨ ਦਾ ਜੀਵਨ ਨਹੀਂ ਹੈ, ਮਨ ਦਾ ਜੀਵਨ ਸ਼ਬਦ ਹੈ। ਕਿਉਂਕਿ ਪ੍ਰਾਣ ਸ਼ਬਦ ਸੱਤਾ ਕਰਕੇ ਹੀ ਕਾਇਮ ਨੇ। ਸ਼ਬਦ ਵਿੱਚ ਲੀਨ ਹੋਇਆ ਜੀਵ ਜਿਹੜਾ ਹੈ ਨਾ, ਇਹ ਦੁੱਖ ਸੁੱਖ ਵਿੱਚ ਕੋਈ ਅੰਤਰ ਨਹੀਂ ਸਮਝਦਾ ਅਤੇ ਮੌਤ ਦੇ ਡਰ ਤੋਂ ਉੱਪਰ ਉੱਠ ਜਾਂਦਾ। ਮਨੁੱਖ ਕਿਤਨਾ ਵੀ ਆਪਣੇ ਆਪ ਨੂੰ ਕਹੇ ਕਿ ਮੈਂ ਜਤ ਸਤ ਰੱਖ ਲਿਆ ਹੈ, ਆਪਣੇ ਆਪ ਨੂੰ ਜਤੀ ਕਹਾ ਲਵੇ, ਕੱਲਾ ਜਤ ਨਹੀਂ ਕੁਛ ਕਰਦਾ। ਜਤ ਪਹਾਰਾ, ਇਹ ਤਾਂ ਕੱਲੀ ਇੱਕ ਦੁਕਾਨ ਹੈ। ਪਹਾਰਾ ਤੋਂ ਭਾਵ ਕਾਰਖਾਨਾ, ਵਰਕਸ਼ਾਪ। ਧੀਰਜ ਸੁਨਿਆਰ, ਅਹਰਣ ਮੱਤ, ਵੇਦ ਹਥਿਆਰ, ਇਹ ਸਾਰਾ ਕੁਝ ਉਹਦੇ ਚਾਹੀਦਾ ਹੈ। ਪਰ ਨਾਮ ਤੋਂ ਬਿਨਾਂ ਪਵਿੱਤਰ ਜੀਵਨ ਵਾਲਾ ਨਹੀਂ ਬਣ ਸਕਦਾ। ਪਵਿੱਤਰਤਾ ਹੋਰ ਚੀਜ਼ ਹੈ। ਹੁਣ ਗੁਰਬਾਣੀ ਦੇ ਵਿੱਚ ਭੈਰੋ, ਹਨੂਮਾਨ, ਲਛਮਣ, ਗੋਰਖ, ਭੀਸ਼ਮ ਅਤੇ ਦੱਤਾਤਰੇय, ਇਹ 6 ਜਤੀ ਵੀ ਮਾਇਆ ਦੇ ਹੀ ਬੰਦੇ ਦੱਸੇ ਨੇ। 6 ਜਤੀ ਮਾਇਆ ਕੇ ਬੰਦਾ। ਫਿਰ ਅੱਗੇ ਸਤਿਗੁਰੂ ਮਹਾਰਾਜ ਨੇ ਹੁਣ 63ਵੀਂ ਪੌੜੀ ਵਿੱਚ ਸਾਰੇ ਤੱਤਾਂ ਦਾ ਸ਼੍ਰੋਮਣੀ ਤੱਤ ਸ਼ਬਦ ਹੀ ਦੱਸਿਆ। ਸਿਧਾਂਤ ਇਹ ਹੈ ਵੀ ਜਦੋਂ ਸ਼ਬਦ ਅਭਿਆਸ ਨਾਲ ਬੁੱਧੀ ਨਿਰਮਲ ਹੁੰਦੀ ਹੈ, ਤ੍ਰਿਸ਼ਨਾ ਬੁਝਦੀ ਹੈ, ਹਉਮੈ ਮਰਦੀ ਹੈ, ਤਾਂ ਆਤਮਿਕ ਖੇਡ ਦਾ ਰਹੱਸ ਪ੍ਰਾਪਤ ਹੁੰਦਾ।
ਕੋਈ ਵਿਰਲਾ ਗੁਰਮੁਖ ਜੋ ਸੱਚ ਨੂੰ ਧਿਆਉਂਦਾ, ਅੰਮ੍ਰਿਤ ਦਾ ਵਪਾਰੀ ਅਤੇ ਨਾਮ ਦਾ ਆਧਾਰੀ ਬਣ ਕੇ ਆਪਣੇ ਜੀਵਨ ਦੀ ਬੇੜੀ ਨੂੰ ਪਾਰ ਕਰਦਾ ਨਾਮ ਦੇ ਆਸਰੇ। ਸੋ ਆਓ ਹੁਣ ਫੇਰ ਇਹ ਜਿਹੜੇ ਸਿੱਧ ਨੇ ਪ੍ਰਸ਼ਨ ਪੁੱਛਦੇ ਨੇ, ਬੇਨਤੀ ਕਰਦੇ ਨੇ। ਔਦੂ ਜਿਹੜੇ ਹੁੰਦੇ ਨੇ ਇਹ ਯੋਗੀ ਲੋਕ, ਇਹੋ ਮਨ ਮੈਗਲ ਕਹਾਂ ਬਸੀਅਲੇ ਕਹਾਂ ਬਸੈ ਇਹੋ ਪਵਨਾ। ਪ੍ਰਸ਼ਨ ਦਾ ਉੱਤਰ ਲੈ ਕੇ ਫਿਰ ਉਹਦੇ ਉੱਤੇ ਇੱਕ ਹੋਰ ਪ੍ਰਸ਼ਨ ਕਰਨਾ, ਫਿਰ ਇੱਕ ਹੋਰ ਪ੍ਰਸ਼ਨ ਕਰਨਾ, ਫਿਰ ਉਹਨੂੰ ਹੋਰ ਪ੍ਰਸ਼ਨ ਵਿੱਚ ਡੂੰਘਾਈ 'ਚ ਲੈ ਜਾਣਾ। ਇਹ ਚਾਹੁੰਦੇ ਨੇ ਕਿਤੇ ਨਾ ਕਿਤੇ ਗੁਰੂ ਨਾਨਕ ਦੇਵ ਜੀ ਜਾ ਕੇ ਹੱਥ ਖੜੇ ਕਰ ਦੇਣ, ਅਸੀਂ ਚੇਲਾ ਬਣਾ ਲਈਏ। ਪਰ ਮਹਾਰਾਜ ਧੰਨ, ਕੌਣ ਜਾਣ ਸਕਦਾ? ਗੁਰੂ ਨਾਨਕ ਦੇਵ ਜੀ ਨੂੰ ਕੌਣ ਜਾਣ ਸਕਦਾ? ਬਾਅਦ 'ਚ ਜਾਣਿਆ ਉਹਨਾਂ ਨੇ। ਹੁਣ ਪ੍ਰਸ਼ਨ ਇਹ ਹੈ, ਸਿੱਧਾਂ ਨੇ ਪੁੱਛਿਆ ਕਿ ਇਹ ਮਨ ਜੋ ਮਸਤ ਹਾਥੀ ਵਰਗਾ ਹੈ ਉਹ ਕਿੱਥੇ ਵਸਦਾ ਹੈ? ਪ੍ਰਾਣ ਕਿੱਥੇ ਵਸਦੇ ਨੇ ਸਰੀਰ ਅੰਦਰ? ਉਹ ਸ਼ਬਦ ਕਿੱਥੇ ਵਸਦਾ ਜਿਸ ਰਾਹੀਂ ਮਨ ਦੀ ਭਟਕਣਾ ਦੂਰ ਹੁੰਦੀ ਹੈ? ਕਹਾਂ ਬਸੈ ਸੋ ਸ਼ਬਦ ਔਦੂ, ਤਾਕੋ ਚੂਕੈ ਮਨ ਕਾ ਭਵਨਾ। ਸ਼ਬਦ ਉਹ ਕਿੱਥੇ ਵਸਦਾ ਜਿਹਦੇ ਨਾਲ ਮਨ ਦਾ ਭਵਣਾ ਭਾਉਣਾ ਭਟਕਣਾ ਖਤਮ ਹੋ ਜਾਂਦਾ। ਨਦਰ ਕਰੇ ਤਾਂ ਸਤਿਗੁਰ ਮੇਲੇ, ਤਾਂ ਨਿਜ ਘਰ ਵਾਸਾ ਇਹੋ ਮਨ ਪਾਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਉੱਤਰ ਫਰਮਾਉਂਦੇ ਨੇ, ਵਾਹਿਗੁਰੂ ਮਿਹਰ ਦੀ ਨਜ਼ਰ ਕਰੇ ਤਾਂ ਸਤਿਗੁਰੂ ਨੂੰ ਮੇਲਦੇ ਨੇ। ਇਹ ਪ੍ਰੋਪਰ ਚੈਨਲ ਹੈ ਇੱਕ। ਇਹ ਨਹੀਂ ਕਿ ਸਿੱਧਾ ਹੀ ਮੈਂ ਆਪੇ ਹੀ ਤਰ ਜਾਵਾਂਗਾ, ਗੁਰੂ ਦੀ ਲੋੜ ਨਹੀਂ, ਸੰਗਤ ਦੀ ਲੋੜ ਨਹੀਂ। ਲੈ ਕੇ ਜਾਂਦਾ ਹੈ ਬੱਚੇ ਨੂੰ, ਪਿਤਾ ਜਾਂ ਮਾਤਾ ਜਾਂ ਦੋਵੇਂ ਜਾਂਦੇ ਨੇ ਸਕੂਲ ਦੇ ਵਿੱਚ। ਪਹਿਲਾਂ ਕਿਹਦੇ ਕਮਰੇ 'ਚ ਜਾਂਦੇ ਨੇ? ਪਹਿਲਾਂ ਪ੍ਰਿੰਸੀਪਲ ਦੇ ਕਮਰੇ ਜਾਂਦੇ ਨੇ। ਇਹ ਬੱਚਾ ਅਸੀਂ ਐਡਮਿਟ ਕਰਾਉਣਾ ਹੈ, ਦਾਖਲ ਕਰਾਉਣਾ ਹੈ, ਇੱਥੇ ਐਡਮਿਸ਼ਨ ਦਿਵਾਉਣੀ ਹੈ ਇਹਨੂੰ। ਪ੍ਰਿੰਸੀਪਲ ਬੈਲ ਮਾਰ ਕੇ ਬੁਲਾਉਂਦਾ, ਟੀਚਰ ਨੂੰ ਲਿਆਓ। ਹਾਂਜੀ, ਕਿਹੜੀ ਕਲਾਸ? ਇਹ ਤਾਂ ਜੀ ਹੁਣ ਨਵਾਂ ਹੀ ਸ਼ੁਰੂ ਕਰਨਾ ਇਹਨੇ। ਨਰਸਰੀ ਵਾਲੇ ਨੂੰ ਬੁਲਾਇਆ। ਬੱਚਾ ਕਿੱਥੇ ਦਾਖਲ ਕਰਾਉਣਾ? 5ਵੀਂ 'ਚ ਕਰਾਉਣਾ, 5ਵੀਂ ਵਾਲੇ ਨੂੰ ਬੁਲਾਇਆ। ਫਿਰ ਉਹਨੂੰ ਕਲਾਸ ਦੇ ਵਿੱਚ ਸਭ ਤੋਂ ਜੀ ਇਹਨੂੰ ਅੱਗੇ ਬਿਠਾਉਣਾ। ਨਵਾਂ ਬੱਚਾ ਹੈ, ਸੰਭਾਲ ਕਰਨੀ ਉਹਦੀ। ਹੁਣ ਮਹਾਰਾਜ ਜੀ ਕਹਿੰਦੇ, ਅਕਾਲ ਪੁਰਖ ਵਾਹਿਗੁਰੂ ਤੋਂ ਜਦੋਂ ਅਸੀਂ ਇੱਛਾ ਕਰਦੇ ਹਾਂ ਮੇਰਾ ਕਲਿਆਣ ਹੋਵੇ, ਮੇਰਾ ਭਲਾ ਹੋਵੇ, ਜੀ ਮੇਰੇ 'ਤੇ ਕਿਰਪਾ ਕਰੋ ਪ੍ਰਿੰਸੀਪਲ ਮਾਲਕ। ਸਤਿਗੁਰੂ ਜੀ ਕਿਰਪਾ ਕਰਦੇ ਨੇ। ਫਿਰ ਵਾਹਿਗੁਰੂ ਦੀ ਕਿਰਪਾ ਨਾਲ ਸਤਿਗੁਰੂ ਦਾ ਮਿਲਾਪ ਹੁੰਦਾ। ਸਤਿਗੁਰੂ ਜੀ ਇਹ ਉਪਦੇਸ਼ ਕਰਦੇ ਨੇ ਕਿ ਸੰਗਤ ਵਿੱਚ ਭਾਈ ਬਹਿਣਾ, ਸੰਗਤ ਵਿੱਚ ਰੰਗਤ ਵਾਲਿਆਂ ਦੀ ਸੰਗਤ ਕਰਨੀ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਦੇ ਸਕੂਲ ਵਿੱਚ ਸਾਰੇ ਇੱਕੋ ਹੀ ਕਮਰੇ 'ਚ ਕਲਾਸ 'ਚ ਬੈਠੇ ਨੇ। ਉੱਥੇ ਨਰਸਰੀ ਵਾਲਾ ਵੀ ਬੈਠਾ, ਪਹਿਲੀ ਵਾਲਾ, ਦੂਜੀ ਵਾਲਾ, 10ਵੀਂ ਵਾਲਾ, PhD ਵਾਲਾ, ਸਾਰੇ ਬੈਠੇ ਨੇ। ਹੁਣ ਜਿਹੀ ਜੀ ਆਪਾਂ ਨੂੰ ਵਧੀਆ ਸੰਗਤ ਮਿਲ ਗਈ, ਨਾਮ ਅਭਿਆਸੀ ਗੁਰਮੁਖ ਮਿਲ ਗਏ ਤਾਂ ਉਹੇ ਜੀ ਬਿਰਤੀ ਬਣ ਜਾਂਦੀ ਹੈ। ਜੇ ਉਹੇ ਜੇ ਮਿਲ ਗਏ, ਲਓ ਜੀ ਆਹ ਕੀ ਅੱਜ ਪ੍ਰਸ਼ਾਦ ਠੰਡਾ, ਅੱਜ ਗਰਮ, ਅੱਜ ਥੋੜ੍ਹਾ ਮਿਲਿਆ, ਅੱਜ ਤਾਂ ਲੰਗਰ ਐ ਨਹੀਂ ਗਾ, ਉਹ ਨੁਕਸ ਜੇ ਕੱਢਣ ਵਾਲੇ ਮਿਲ ਜਾਣ ਤਾਂ ਬੰਦੇ ਨੂੰ ਕਈ ਵਾਰੀ ਉਹੇ ਜੀ ਫਿਰ ਬਿਰਤੀ ਬਣ ਜਾਂਦੀ, ਨਿੰਦਕ ਜਿਹੀ ਬਣ ਜਾਂਦਾ। ਅਸੀਂ ਗੁਰੂ ਘਰ ਵਿੱਚੋਂ ਕੀ ਲੈਣ ਚੱਲੇ ਹਾਂ? ਨਾਨਕ ਕਹਿ ਘਰ ਕੇਵਲ ਨਾਮ। ਬਾਕੀ ਦੀਆਂ ਚੀਜ਼ਾਂ ਤਾਂ ਆਪਣੇ ਕੋਲ ਹੈ, ਘਰ ਸਾਰਾ ਕੁਛ ਹੈ। ਉੱਥੇ ਜਾ ਕੇ ਕਿਸੇ ਵੀ ਚੀਜ਼ ਨੂੰ ਮਾੜਾ ਨਹੀਂ ਕਹਿਣਾ। ਮਾੜਾ ਕਹਿਣ ਨਾਲ ਵੀ ਨੁਕਸਾਨ ਹੋ ਜਾਂਦਾ। ਜਿਵੇਂ ਕੋਈ ਪ੍ਰੇਮੀ ਸ੍ਰੀ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਗਏ, ਮਾਤਾ ਪਿਤਾ ਨਾਲ ਬੱਚੀ ਆ, ਉਹਨਾਂ ਦੀ ਕਾਫੀ ਵੱਡੀ ਉਮਰ ਹੈ। ਪ੍ਰਸ਼ਾਦਾ ਛਕਣ ਲੱਗਿਆਂ ਦੇਖਿਆ ਕਿ ਪ੍ਰਸ਼ਾਦੇ ਦੀ ਨਿੰਦਾ ਕਰ ਦਿੱਤੀ, ਕੀ ਇਹ ਦਾਲ ਹੈ ਅਤੇ ਕੀ ਇਹ ਰੋਟੀ ਹੈ। ਮਨ 'ਚ ਸੋਚਦੀ। ਥੋੜ੍ਹੇ ਦਿਨਾਂ ਬਾਅਦ ਸਰੀਰ ਵਿੱਚ ਕਾਫੀ ਦਰਦਾਂ ਜਿਹੀਆਂ ਸ਼ੁਰੂ ਹੋ ਗਈਆਂ। ਮਾਤਾ ਸਿਆਣੀ ਸੀ, ਕਹਿਣ ਲੱਗੀ, ਪੁੱਤਰ ਕੋਈ ਮੱਥਾ ਟੇਕਣ ਗਏ ਕੋ ਉੱਥੇ ਮਾੜੀ ਗੱਲ ਤਾਂ ਨਹੀਂ ਤੂੰ ਕੀਤੀ, ਨਿੰਦਾ ਕੋਈ ਮਾੜੀ ਗੱਲ? ਕਹਿੰਦੀ ਹਾਂ, ਮੈਂ ਲੰਗਰ ਨੂੰ ਨਿੰਦਿਆ ਸੀ। ਉਸੇ ਵਕਤ ਫਿਰ ਫਤਿਹਗੜ੍ਹ ਸਾਹਿਬ ਜਾ ਕੇ ਦੇਖ ਕਰਕੇ ਅਰਦਾਸ ਕੀਤੀ, ਹੈ ਸੱਚੇ ਪਾਤਸ਼ਾਹ, ਅਸੀਂ ਤੇਰੇ ਅੰਮ੍ਰਿਤ ਪ੍ਰਸ਼ਾਦ ਦੀ ਨਿੰਦਾ ਕੀਤੀ, ਸਾਨੂੰ ਮਾਫ਼ ਕਰਨਾ। ਔਰ ਉਹਨਾਂ ਨੇ ਦੱਸਿਆ ਕਿ ਉਸੇ ਵਕਤ ਹੀ ਸਰੀਰ 9/9 ਹੋ ਗਿਆ। ਆਪਾਂ ਭੁਲੇਖੇ ਵਿੱਚ ਆ ਕੇ ਇੰਨੇ ਵੱਡੇ ਦਰ ਵਿੱਚ ਕਈ ਵਾਰ ਨਿੰਦਾ ਕਰ ਦਿੰਦੇ ਆ, ਮਾੜਾ ਬੋਲ ਦਿੰਦੇ ਆ, ਇਹਦਾ ਇਵਜ਼ਾਨਾ ਬਹੁਤ ਭੁਗਤਣਾ ਪੈਂਦਾ। ਕਦੇ ਨਹੀਂ ਮਾੜਾ ਕਹਿਣਾ, ਹਮੇਸ਼ਾ ਚੰਗਾ ਕਹਿਣਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਜਿਹੜਾ ਹੈ ਨਾ ਸਾਡਾ ਮਨ, ਇਹ ਸਾਰੇ ਜਿਹੜੇ ਹੁਣ ਪ੍ਰਸ਼ਨ ਕੀਤੇ ਨੇ, ਇਹਨਾਂ ਪ੍ਰਸ਼ਨਾਂ ਦੇ ਵਿੱਚ ਇੰਨਾ ਕੁਝ ਪ੍ਰਾਪਤ ਹੋ ਜਾਣਾ। ਕਈ ਉਦਾਹਰਨਾਂ, ਕਈ ਪ੍ਰਮਾਣ
ਹੁਣ ਨਦਰ ਕਰੇ ਤਾਂ ਸਤਿਗੁਰ ਮੇਲੇ। ਗੱਲ ਚੱਲ ਰਹੀ ਸੰਗਤ ਵਿੱਚ ਜਾ ਕੇ ਵੀ ਲਾਭ ਲੈਣਾ ਵੀ ਕਿਸੇ ਕਿਸੇ ਨੂੰ ਆਉਂਦਾ। ਜਿਵੇਂ ਸ਼ਹਿਦ ਦੀਆਂ ਮੱਖੀਆਂ, ਮਧੂ ਮੱਖੀਆਂ ਕੌੜੇ ਫੁੱਲਾਂ ਵਿੱਚੋਂ ਵੀ ਰਸ ਹੀ ਕੱਢ ਲਿਆਉਂਦੀਆਂ ਨੇ। ਇਸੇ ਤਰ੍ਹਾਂ ਗੁਰਮੁਖ ਵੀ ਹਰ ਥਾਂ ਤੋਂ ਬਿਰਤੀ ਐਸੀ ਬਣਾ ਲੈਂਦੇ ਨੇ ਕਿ ਰਸ ਕੱਢਣਾ, ਸਿਰਫ ਗੁਣ ਲੈਣਾ, ਔਗਣ ਨਹੀਂ ਦੇਖਣਾ। ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਈ ਥਾਵਾਂ ਦੇ ਉੱਤੇ, ਜਿਵੇਂ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦੀ ਜਦੋਂ ਨਾਗਪੁਰ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਗਏ 1975 ਦੇ ਵਿੱਚ, ਉਸ ਵਕਤ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਬਚਨ ਕਰਤਾ ਕਿ ਭਾਈ ਸਾਰੇ ਸਿੰਘ ਹਜ਼ੂਰ ਸਾਹਿਬ ਨੂੰ ਪਹਿਲੀ ਵਾਰ ਵਿੱਚ ਬਹੁਤੇ ਚੱਲੇ ਨੇ। ਉੱਥੇ ਸਿੰਘੋ ਭਾਈ ਕਈ ਮਰਿਆਦਾਵਾਂ ਐਸੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਫਿਰ ਕੁਛ ਉਲਟ ਛੁਲਟ ਨਹੀਂ ਬੋਲਣਾ, ਕੋਈ ਨਫ਼ਰਤ ਵਾਲੀ ਗੱਲ ਨਹੀਂ ਕਰਨੀ। ਸੋ ਜੇ ਨਫ਼ਰਤ ਲੈ ਕੇ ਜਾਓਗੇ ਤਾਂ ਨਫ਼ਰਤ ਹੀ ਪੱਲੇ ਪਵੇਗੀ, ਸ਼ਰਧਾ ਲੈ ਕੇ ਜਾਓਗੇ ਤਾਂ ਸ਼ਰਧਾ ਹੀ ਪੱਲੇ ਪਵੇਗੀ। ਸੋ ਅਸੀਂ ਉਹ ਪੱਲੇ ਬੰਨ੍ਹ ਲਈ ਗੱਲ ਪਹਿਲੀ ਵਾਰ ਹੀ ਕਿ ਕਿਤੇ ਵੀ ਨਾ ਅਸੀਂ ਰੋਟੀ ਖਾਣ ਚੱਲੇ ਹਾਂ, ਨਾ ਉੱਥੇ ਦੇਖਣ ਚੱਲੇ ਕਿ ਮੰਜੇ ਬਿਸਤਰੇ ਕਿਹੋ ਜਿਹੇ ਨੇ, ਨਾ ਉੱਥੇ ਅਸੀਂ ਕੁਛ ਹੋਰ, ਅਸੀਂ ਸਿਰਫ ਝੋਲੀ ਅੱਡ ਕੇ ਨਾਮ ਦੇ ਭਿਖਾਰੀ ਬਣ ਕੇ ਦਾਤੇ ਦੇ ਦਰ 'ਤੇ ਚੱਲੇ ਆ। ਨਾਮ ਦੇ ਦਿਓ, ਸਿੱਖੀ ਦੇ ਦਿਓ। ਜੇ ਮੇਰੇ ਕੋਲ ਨਾਮ ਹੈ, ਜੇ ਮੇਰੇ ਕੋਲ ਸਿੱਖੀ ਆ ਤਾਂ ਮੇਰੇ ਕੋਲ ਸਾਰਾ ਕੁਝ ਹੀ ਹੈ। ਜੇ ਮੇਰੇ ਕੋਲ ਨਾਮ ਨਹੀਂ, ਸਿੱਖੀ ਨਹੀਂ, ਫੇਰ ਕੁਛ ਵੀ ਨਹੀਂ। ਅਕਾਲ ਪੁਰਖ ਦੀ ਨਿਗਾਹ ਹੋ ਗਈ, ਨਦਰ ਕਰੇ ਤਾਂ ਸਤਿਗੁਰ ਮੇਲੇ, ਤਾਂ ਨਿਜ ਘਰ ਵਾਸਾ ਇਹੋ ਮਨ ਪਾਏ। ਮਹਾਰਾਜ ਕਹਿੰਦੇ ਇਹ ਫਿਰ ਨਿਜ ਸਰੂਪ ਦੇ ਵਿੱਚ ਵਾਸਾ ਪਾਉਂਦਾ ਹੈ। ਇਹ ਨਿਜ ਸਰੂਪ ਕਿਉਂਕਿ ਮਨ ਜਿਹੜਾ ਹੈ ਨਾ ਬਾਹਰ ਮੁਖੀ ਜ਼ਿਆਦਾ, ਆਪਣਾ ਮਨ ਹਮੇਸ਼ਾ ਬਾਹਰ ਨੂੰ ਹੀ ਤੁਰਿਆ ਰਹਿੰਦਾ। ਜਿਉਂ ਬਚਪਨ ਤੋਂ ਜਨਮ ਲਿਆ ਬਾਹਰ ਨੂੰ, ਛੋਟਾ ਜਿਹਾ ਬੱਚਾ ਹਲੇ 2-3 ਮਹੀਨੇ ਦਾ ਬਾਹਰ ਨੂੰ ਉਂਗਲ ਕਰਦਾ, ਉਹ ਕਰਦਾ, ਬਾਹਰ ਨੂੰ ਜਾਣਾ। ਦਾਦਾ ਦਾਦੀ, ਨਾਨਾ ਨਾਨੀ, ਕੋਈ ਕਿੱਧਰ ਜਾਣਾ ਬਾਹਰ ਨੂੰ ਹੱਥ ਕਰਦਾ, ਬਾਹਰ ਗਲੀ 'ਚ ਘੁਮਾਇਆ, ਕਾਰਾਂ ਦੇਖੀਆਂ, ਹੋਰ ਖੁਸ਼ ਹੁੰਦਾ। ਉਹ ਮੈਨੂੰ ਕਾਰ 'ਚ ਬਿਠਾਓ, ਮੈਨੂੰ ਹੋਰ ਘੁਮਾਓ, ਵੱਡਾ ਹੋ ਕੇ ਹੋਰ ਘੁਮਾਓ, ਫਲਾਨੇ ਦੇਸ਼ 'ਚ ਜਾਣਾ, ਹੋਰ ਦੇਸ਼ 'ਚ ਜਾਣਾ। ਸਾਰੀ ਦੁਨੀਆ ਘੁੰਮ ਲਈ, 60-70 ਸਾਲ ਦਾ ਹੋ ਗਿਆ। ਅਖੀਰ ਇੱਕ ਗੱਲ ਕਹਿੰਦਾ ਹੈ, ਕਾਕਾ ਅਸੀਂ ਸਾਰੀ ਦੁਨੀਆ ਘੁੰਮੀ ਹੈ, ਕੁਛ ਨਹੀਂ ਦੁਨੀਆ 'ਚ, ਸਭ ਦੇਖਿਆ ਚਾਖਿਆ। ਅਸੀਂ ਤਾਂ ਮਹਾਰਾਜ ਕਹਿੰਦੇ ਅਸੀਂ ਤਾਂ ਜਦੋਂ ਤੂੰ ਛੋਟਾ ਜਿਹਾ ਸੀ ਨਾ, ਅਸੀਂ ਤਾਂ ਉਦੋਂ ਤੋਂ ਹੀ ਗੁਰਬਾਣੀ ਰਾਹੀਂ ਸੰਦੇਸ਼ ਦੇਤਾ ਸੀ ਕਿ ਦੁਨੀਆ ਵਿੱਚ ਕੁਛ ਨਹੀਂ, ਦੁਨੀਆ ਦੀਆਂ ਵਡਿਆਈਆਂ ਅੱਗੀ ਛੇਤੀ ਜਾਲ ਜੇ, ਜਿਹੜੇ ਕੰਮ ਆਏ ਉਹ ਕੰਮ ਕਰਨਾ। ਜੋ 70 ਸਾਲਾਂ ਬਾਅਦ ਇਹ ਗੱਲ ਕਹੀ ਤਾਂ ਉਹ ਤਾਂ ਪਹਿਲਾਂ ਹੀ ਦੱਸਿਆ ਸੀ, ਗੁਰਬਾਣੀ ਸਾਰਾ ਕੁਝ ਦੱਸਿਆ ਹੀ ਹੋਇਆ। ਜਨਨ ਪਿਤਾ ਲੋਕ ਸੁਤ ਬੰਤਾ ਕੋਏ, ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ, ਠਾਕੁਰ ਕਾਹੇ ਮਨ ਭਾਉ ਕਰਿਆ। ਇਹ ਤਾਂ ਕੋਈ ਨਹੀਂ, ਕਿਸੇ ਦਾ ਵੀ ਨਹੀਂ ਕੋਈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤਾਂ ਜਾ ਕੇ ਜੇ ਸ਼ੁਰੂ ਤੋਂ ਹੀ ਲੈ ਕੇ ਮਨ ਨੂੰ ਅੰਦਰ ਲਿਆਉਣਾ ਸਿੱਖ ਲਈਏ, ਵਾਪਸ ਹਿਰਦੇ 'ਚ ਵਾਸਾ ਕਰ ਜਾਵੇ, ਟਿਕ ਜਾਵੇ, ਤਾਂ ਇਹ ਮਨ ਦੇ ਅੰਦਰ ਆਨੰਦ ਹੀ ਆਨੰਦ ਬਣ ਜਾਂਦਾ। ਮਨ ਨੂੰ ਅੰਤਰਮੁਖੀ ਬਣਾਉਣਾ। ਜਿਹੜਾ ਬੰਦਾ ਅੰਤਰਮੁਖੀ ਬਣ ਜਾਵੇ ਉਹ ਗੁਰੂ ਘਰ ਜਾਂਦਾ, ਆਨੰਦ ਵਿੱਚ, ਸਾਹਮਣੇ ਸਿਰਫ ਗੁਰੂ ਦੇ ਦਰਸ਼ਨ, ਕੰਨਾਂ 'ਚ ਕੀਰਤਨ, ਕਥਾ, ਗੁਰਬਾਣੀ ਦਾ ਪ੍ਰਵਾਹ, ਆਪਣੇ ਅੰਦਰ ਵਸਾ ਕੇ ਮੱਥਾ ਟੇਕ ਕੇ ਸਿੱਧਾ ਘਰ ਵਾਪਸ। ਉਹ ਕਹਿੰਦਾ ਅੱਜ ਮੈਨੂੰ ਬਹੁਤ ਆਨੰਦ ਆਇਆ। ਇੱਕ ਹੋਰ ਨੂੰ ਪੁੱਛਿਆ ਕਿਉਂ ਬਈ? ਉਹ ਕਹਿੰਦਾ ਰਾਗੀ ਉਹ ਟੇਢੇ ਜੇ ਬੈਠੇ ਸੀ, ਗ੍ਰੰਥੀ ਐ ਨਹੀਂ ਸੀ, ਸੰਗਤ ਅੱਜ ਥੋੜ੍ਹੀ ਸੀ। ਉਹ ਬਾਹਰ ਮੁਖੀ ਬੰਦੇ ਇਹੋ ਜਿਹੀਆਂ ਗੱਲਾਂ ਕਰਦੇ ਨੇ, ਫਲਾਨਾ ਉੱਥੇ ਐ ਸੀ, ਫਲਾਨਾ ਆਹ ਸੀ, ਬੱਚੇ ਭੱਜੇ ਫਿਰਦੇ ਸੀ, ਕੋਈ ਟਿਕਾ ਨਹੀਂ ਗੁਰਦੁਆਰੇ 'ਚ। ਉਹਦੀ ਬਿਰਤੀ ਇਹੋ ਜਿਹੀ ਹੈ। ਜਿਹੜਾ ਅੰਤਰਮੁਖ ਬਿਰਤੀ ਵਾਲਾ ਹੈ ਉਹ ਕਹਿੰਦਾ ਅੱਜ ਤਾਂ ਬਹੁਤ ਆਨੰਦ ਆਇਆ, ਕਿਉਂਕਿ ਆਨੰਦ ਆਪਣੇ ਅੰਦਰ ਹੈ। ਆਨੰਦ ਕਿਤੋਂ ਬਾਹਰੋਂ ਨਹੀਂ ਆਉਣਾ, ਆਨੰਦ ਤਾਂ ਸਾਡੇ ਅੰਦਰ ਹੀ ਪ੍ਰਗਟ ਹੈ। ਬਸ ਗੁਰੂ ਸਾਹਿਬ ਦੀ ਸਿੱਖਿਆ ਰਾਹੀਂ ਪ੍ਰਗਟ ਹੋਣਾ। ਬਹੁਤਾ ਜ਼ਿਆਦਾ ਖੱਬਾ ਸੱਜਾ ਦੇਖਣ ਵਾਲਾ ਕਾਮਯਾਬ ਨਹੀਂ ਹੁੰਦਾ ਭਗਤੀ 'ਚ। ਆਪਾਂ ਤਾਂ ਮਨ ਨੂੰ ਆਪਣੇ ਅੰਦਰ ਹਿਰਦੇ 'ਚ ਲਿਆਉਣਾ, ਟਿਕਾਉਣਾ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਆਪੈ ਆਪ ਖਾਏ ਤਾਂ ਨਿਰਮਲ ਹੋਵੈ, ਧਾਵਤ ਵਰਜ ਰਹਾਏ। ਮਹਾਰਾਜ ਕਹਿੰਦੇ ਜਦੋਂ ਇਹ ਆਪੈ ਆਪ ਹਉਮੈ ਨੂੰ ਖਾ ਜਾਂਦਾ, ਹਉਮੈ ਰੋਗ ਮਾਨ ਕੋ ਦੀਨਾ, ਇਹ ਤਾਂ ਦਿੱਤਾ ਹੀ ਹੋਇਆ। ਵਿੱਚ ਧਾਤੂ ਪੰਚ ਆਪ ਪਾਵੈ,
ਉਹ 5 ਧਾਤੂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੀ ਸਾਡੇ 'ਚ ਉਹਨੇ ਪਾਏ ਹੋਏ ਨੇ। 5 ਤੱਤਾਂ ਦਾ ਸਰੀਰ ਵੀ ਉਹਨੇ ਬਣਾਇਆ ਹੀ ਹੋਇਆ। ਪਰ ਇਹ ਵੀ ਕਹਿੰਦੇ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੇ। ਇਹ ਵੀ ਅਸੀਂ ਯਾਦ ਰੱਖਣਾ। ਮਹਾਰਾਜ ਜੀ ਕਹਿੰਦੇ ਨੇ ਹਉਮੈ ਨੂੰ ਕਿਵੇਂ ਨਿਵਰਤ ਕਰਨਾ, ਇਹ ਵੀ ਸਤਿਗੁਰੂ ਨੇ ਸਾਨੂੰ ਦੱਸ ਹੀ ਦਿੱਤਾ ਗੁਰਬਾਣੀ ਅੰਦਰ। ਔਰ ਸੇਵਾ ਦੇ ਨਾਲ ਨੀਵੇਂ ਹੋ ਕੇ ਚੱਲਣਾ। ਭਲਾ ਜੀ, ਭੁੱਲਾ ਜੀ, ਭਾਣਾ ਜੀ ਤੀਜੇ ਪਾਤਸ਼ਾਹ ਨੇ ਦੱਸ ਹੀ ਦਿੱਤਾ। ਕਦੇ ਨਹੀਂ ਕਹਿਣਾ ਮੈਂ ਵੱਡਾ, ਹਮੇਸ਼ਾ ਹੀ ਇਹ ਗੱਲ ਜੇ ਰੱਖੇ ਕਿ ਮੈਂ ਤਾਂ ਛੋਟਾ ਜੀ। ਬਾਬੂ ਕਾਮਯਾਬ ਹੈ। ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਆਂ ਸਭ ਤੇ ਉੱਚਾ। ਜਿਹੜਾ ਆਪਸ ਨੂੰ ਆਪਣੇ ਆਪ ਨੂੰ ਨੀਵਾਂ ਸਮਝਦਾ ਉਹ ਸਭ ਤੋਂ ਉੱਚਾ। ਹੁਣ ਜਿਹੜਾ ਆਪਣੇ ਆਪ ਨੂੰ ਜੋ ਸਮਝੀ ਜਾਂਦਾ ਉਹ ਸ੍ਰੀ ਸੁਖਮਨੀ ਸਾਹਿਬ ਦੱਸ ਦਿੱਤਾ, ਜੋ ਜਾਣੈ ਮੈਂ ਜੋਬਨ ਬੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਆਪਸ ਕੋ ਕਰਮ ਬੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ। ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਗਰੀਬੀ ਲਿਆਉਣੀ ਮਨ 'ਚ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ। ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ। ਸੰਕਲਪਾਂ ਵਿਕਲਪਾਂ ਤੋਂ ਉੱਪਰ ਉੱਠ ਜਾਂਦਾ, ਹਉਮੈ ਨੂੰ ਖਾ ਜਾਂਦਾ, ਤਾਂ ਪਵਿੱਤਰ ਹੁੰਦਾ ਤੇ ਦੌੜਦੇ ਮਨ ਨੂੰ ਰੋਕ ਕੇ ਰੱਖਦਾ। ਧਾਵਤ ਹੁੰਦਾ ਭੱਜਣਾ, ਧਾਵਤ ਵਰਜ ਰਹਾਏ। ਦੌੜਨ ਵਾਲਾ ਜਿਹੜਾ ਮਨ ਹੈ ਇਹਨੂੰ ਵਰਜ ਕੇ ਰੱਖਣਾ ਪੈਂਦਾ, ਰੋਕ ਕੇ ਰੱਖਣਾ। ਕਿੱਧਰ ਚੱਲਿਆ ਬਈ? ਪਾਠ ਜਪਜੀ ਸਾਹਿਬ ਦਾ ਕਰ ਰਿਹਾ, ਜਾ ਤੂੰ ਬਾਹਰ ਰਹੇ। ਗੁਰਬਾਣੀ ਪੜ੍ਹਦਿਆਂ ਮਨ ਦੇ ਉੱਤੇ ਪਹਿਰਾ ਦੇਣਾ, ਜਾਣ ਨਹੀਂ ਦੇਣੇ, ਉਹਨੂੰ ਸੁਣਾਉਣੀ ਹੈ ਬਾਣੀ। ਜਦੋਂ ਮਨ ਗੁਰਬਾਣੀ ਸੁਣਨ ਦਾ ਆਦੀ ਹੋ ਜਾਂਦਾ ਤੇ ਟਿਕਣਾ ਸ਼ੁਰੂ ਕਰ ਦਿੰਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਮਨ ਨੂੰ ਅੰਦਰ ਨੂੰ ਲਿਆਉਣਾ। ਹੁਣ ਅਗਲਾ ਪ੍ਰਸ਼ਨ ਕਰਦੇ ਨੇ, ਕਿਉਂ ਮੂਲ ਪਛਾਣੈ ਆਤਮ ਜਾਣੈ, ਕਿਉਂ ਸੱਸ ਕਰ ਸੂਰ ਸਮਾਵੈ। ਇਹ ਜਿਹੜਾ ਜੀਵ ਆ ਆਪਣੇ ਮੂਲ ਕੌਣ ਹੈ? ਸਾਡਾ ਮੂਲ ਮਨ। ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ। ਮੂਲ ਪਛਾਣ ਹੈ ਤਾਂ ਸਹੁ ਜਾਣੈ, ਮਰਨ ਜੀਵਨ ਕੀ ਸੋਝੀ ਹੋਈ। ਮੂਲ ਪ੍ਰਭੂ ਹੈ, ਵਾਹਿਗੁਰੂ ਹੈ। ਵਾਹਿਗੁਰੂ ਨੂੰ ਕਿਵੇਂ ਪਛਾਣਦਾ? ਕਿਉਂ ਸੱਸ ਕਰ ਸੂਰ ਸਮਾਵੈ। ਸੱਸ ਚੰਦਰਮਾ ਤੇ ਸੂਰ ਸੂਰਜ। ਆਤਮਾ ਨੂੰ ਕਿਵੇਂ ਜਾਣਦਾ? ਕਿਉਂ ਮੂਲ ਪਛਾਣੈ ਆਤਮ ਜਾਣੈ, ਕਿਉਂ ਸੱਸ ਕਰ ਸੂਰ ਸਮਾਵੈ। ਵਾਹਿਗੁਰੂ ਨੂੰ ਕਿਵੇਂ ਪਛਾਣਦਾ? ਆਤਮਾ ਨੂੰ ਕਿਵੇਂ ਜਾਣਦਾ? ਤੇ ਕਿਵੇਂ ਚੰਨ ਵਿੱਚ ਸੂਰਜ ਦਾ ਪ੍ਰਕਾਸ਼ ਹੁੰਦਾ। ਭਾਵ ਗੁਫਾ ਰੂਪੀ ਹਨੇਰੇ ਤੇ ਠੰਡ ਵਿੱਚ ਵਸਦੇ ਮਨ ਲਈ ਕਿਵੇਂ ਗਿਆਨ ਸੂਰਜ ਚੜ੍ਹੇ। ਗੁਰਮੁਖ ਹਉਮੈ ਵਿੱਚੋਂ ਖੋਵੈ, ਤਉ ਨਾਨਕ ਸਹਿਜ ਸਮਾਵੈ। ਹੁਣ ਸਤਿਗੁਰੂ ਨਾਨਕ ਦੇਵ ਜੀ ਇਸੇ ਦਾ ਉੱਤਰ ਦਿੰਦੇ ਨੇ ਕਿ ਜਦੋਂ ਇਹ ਜੀਵ ਸਤਿਗੁਰੂ ਜੀ ਦੁਆਰਾ ਆਪਣੇ ਅੰਦਰੋਂ ਹਉਮੈ ਨਾਸ ਕਰਦਾ ਤਦ ਉਹ ਸਹਿਜ ਵਿੱਚ ਸਮਾ ਜਾਂਦਾ। ਹਉਮੈ ਇੱਕ ਤੇ ਮਿਹਨਤ ਕਰਨੀ ਪੈਂਦੀ ਹੈ, ਸਰੀਰਕ ਤੌਰ 'ਤੇ ਹਉਮੈ ਵਿੱਚ ਖੜਨਾ। ਕਈਆਂ ਦੀ ਤੋਰ ਹੀ ਬੜੀ ਆਕੜ ਵਾਲੀ, ਹਉਮੈ ਵਾਲੀ ਹੈ। ਮਲਕ ਭਾਗੋ ਅਤੇ ਗੁਰੂ ਨਾਨਕ ਦੇਵ ਜੀ ਦੇ ਕੋਲ ਭਾਈ ਲਾਲੋ ਵੀ ਤਾਂ ਖੜਾ ਹੀ ਨੇ, ਹੱਥ ਜੋੜ ਕੇ, ਗਲ 'ਚ ਪੱਲਾ ਪਾ ਕੇ, ਨੀਵੀਂ ਪਾ ਕੇ। ਮਲਕ ਭਾਗੋ ਆਕੜਿਆ ਖੜਾ ਕਿਵੇਂ ਦਿਖਾਇਆ ਫੋਟੋ 'ਚ। ਜਾਂ ਕਈ ਪ੍ਰਕਰਮਾਂ ਜਾਂ ਗੁਰੂ ਘਰ ਦੇ 'ਚ ਤੁਰੇ ਜਾਣਗੇ ਪਿੱਛੇ ਹੱਥ ਕਰਕੇ। ਇਹ ਹਉਮੈ ਵਾਲਾ ਹੋ ਗਿਆ ਨਾ ਰੋਗ। ਜਾਂ ਮੱਥਾ ਟੇਕਣਾ, ਮੈਂ ਥੱਲੇ ਹੀ ਹੱਥ ਲਾ ਕੇ ਚਲੋ ਬਹੁਤ ਹੈ। ਸਰੀਰ ਕਰਕੇ ਹਉਮੈ ਤੋਂ ਬਚਣਾ, ਮਨ ਕਰਕੇ ਅੰਦਰੋਂ ਹਉਮੈ ਤੋਂ ਬਚਣਾ। ਫਿਰ ਗੁਰਬਾਣੀ ਦੇ ਰਾਹੀਂ ਕੀ ਕਹਿੰਦੇ? ਜ਼ੁਬਾਨ ਦੇ ਨਾਲ ਹਉਮੈ ਵਾਲਾ ਬਚਨ ਨਾ ਬੋਲਣਾ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਆ, ਫਿੱਕੇ ਫਿੱਕੀ ਸੋਏ। ਹੁਣ ਕਈਆਂ ਦੇ ਅੰਦਰ ਸਰੀਰ ਕਰਕੇ ਤੇ ਬਹੁਤ ਨਿਮਰਤਾ ਹੈ, ਝੁਕ ਝੁਕ ਗੱਲ ਕਰਨਗੇ, ਹੱਥ ਜੋੜਨਗੇ, ਪਰ ਮਨ ਵਿੱਚ ਹਉਮੈ ਹੈ ਤੇ ਫਿਰ ਉਹ ਹਉਮੈ ਅੰਦਰੋਂ ਕਿਵੇਂ ਕੱਢਣੀ? ਸਰੀਰ ਕਰਕੇ ਵੀ ਕਈ ਜਿਵੇਂ ਸੱਜਣ ਠੱਗ ਸੀ, ਸਰੀਰ ਕਰਕੇ ਝੁਕ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਪਹੁੰਚੇ, ਆਓ ਜੀ ਪਿਆਰਿਓ, ਆਓ ਜੀ ਜਿੰਨੇ ਕਦਮ ਚੱਲ ਕੇ ਆਇਓ ਸਿਰ ਮੱਥੇ 'ਤੇ। ਮੂੰਹ ਦੀ ਬੋਲੀ ਮਿੱਠੀ ਹੈ, ਮੂੰਹ ਕਰਕੇ ਵੀ ਉਹ ਨੀਵਾਂ ਅੱਖਰ ਬੋਲਦਾ, ਪਰ ਅੰਦਰੋਂ ਹੰਕਾਰ, ਅੰਦਰ ਛੁਰੀ ਹੈ। ਹੁਣ ਮਹਾਰਾਜ ਜੀ ਕਹਿੰਦੇ ਨੇ ਇਹ ਹਉਮੈ ਮਨ ਕਰਕੇ ਦੂਰ ਕਰਨੀ ਹੈ ਗੁਰਬਾਣੀ ਨਾਲ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਸਰੀਰ ਕਰਕੇ ਜੋੜੇ ਝਾੜਨੇ ਨੇ, ਭਾਂਡੇ ਮਾਂਜਣੇ ਨੇ, ਅਤੇ ਜ਼ੁਬਾਨ ਦੇ ਨਾਲ ਕਿਸੇ ਨੂੰ ਕਵਾਕ ਨਹੀਂ ਕਹਿਣਾ। ਇਹੋ ਜਿਹਾ ਵਾਕ ਨਹੀਂ ਕਹਿਣਾ ਜਿਹੜਾ ਅਗਲੇ ਦਾ ਦਿਲ ਦਿਖਾ ਕੇ ਰੱਖ ਦੀਏ। ਇਹੋ ਜਿਹੇ ਕਈ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਵੀ ਨੇ। ਕਈ ਬੜੇ ਸ਼ਰਧਾ ਨਾਲ ਸ੍ਰੀ ਹਰਿਮੰਦਰ ਸਾਹਿਬ ਗਏ ਜਾਂ ਕਿਤੇ ਹੋਰ, ਫਿਰ ਕੰਪਲੇਂਟ ਵੀ ਆ ਜਾਂਦੀ ਹੈ।
ਇਹ ਧਿਆਨ ਰੱਖਣਾ ਚਾਹੀਦਾ। ਗੁਰੂ ਘਰ ਵਿੱਚ ਕੋਈ ਵੀ ਆਵੇ ਉਹ ਅਕਸਰ ਬਹੁਤ ਸ਼ਰਧਾ ਨਾਲ ਆਉਂਦਾ। ਹਾਂ ਠੀਕ ਆ, ਉਹਨੂੰ ਕਈ ਵਾਰੀ ਮਰਿਆਦਾ ਦਾ ਨਹੀਂ ਪਤਾ, ਉਹਨੂੰ ਪਿਆਰ ਨਾਲ ਸਮਝਾਓ, ਖੜਾ ਕੇ ਵੀ ਪਿਆਰਿਓ ਇਸ ਤਰ੍ਹਾਂ ਆਈਦਾ ਹੁੰਦਾ, ਅੱਛਾ ਭਾਈ ਸਮਝ ਵੀ ਜਾਂਦਾ। ਜੇ ਜਾ ਕੇ ਜਾਂਦੇ ਸਿਰ 'ਚ ਠੋਲਾ ਮਾਰੀਏ, ਥੱਪੜ ਮਾਰਿਓ, ਤੈਨੂੰ ਪਤਾ ਨਹੀਂ ਗੁਰਦੁਆਰੇ ਕਿਵੇਂ ਆਈਦਾ ਬਈ। ਔਰ ਕਈ ਬੰਦਿਆਂ ਨਾਲ ਮੇਰੀ ਗੱਲਬਾਤ ਹੋਈ, ਮੈਂ ਤਾਂ ਨਹੀਂ ਜਾਂਦਾ ਫਲਾਣੇ ਥਾਂ, ਕਿਉਂ? ਕਹਿੰਦੇ ਉੱਥੇ ਤਾਂ ਬੋਲਣ ਦਾ ਹੀ ਨਹੀਂ ਪਤਾ ਅਗਲੇ ਨੂੰ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਗੁਰੂ ਘਰਾਂ ਦੇ ਵਿੱਚ ਜਿਹੜੇ ਸੇਵਾਦਾਰ ਨੇ, ਕੋਈ ਵੀ ਨੇ, ਬਹੁਤ ਅਸੀਂ ਉਪਦੇਸ਼ਕ ਹਾਂ, ਅਸੀਂ ਸਮਝਾਉਣਾ ਹੈ। ਅਸੀਂ ਇਹ ਨਹੀਂ ਕਿ ਉੱਥੇ ਆਰਾਮ ਕਰਨਾ ਹੈ ਜਾਂ ਅਸੀਂ ਪੈਸੇ ਕਮਾਉਣਾ ਹੈ ਜਾਂ ਅਸੀਂ ਸਿਰਫ ਸੌਣਾ ਹੈ ਜਾਂ ਵਧੀਆ ਖਾਣਾ ਖਾਣਾ ਹੈ ਜਾਂ ਵਧੀਆ ਕੱਪੜੇ ਪਾ ਲਏ ਜਾਂ ਲੋਕਾਂ ਨੇ ਸਾਡੇ ਗੋਡੀ ਹੱਥ ਲਾ ਦੇ ਬਈ ਬੜੇ ਖਿੜ ਗਏ ਬੜੇ। ਅਸੀਂ ਤਾਂ ਉੱਥੇ ਸੇਵਾਦਾਰ ਹਾਂ। ਅਸੀਂ ਤਾਂ ਆਏ ਗਏ ਨੂੰ ਮਿੱਠਾ ਬੋਲਣਾ। ਇਹ ਗੁਰੂ ਨਾਨਕ ਦੀ ਸੰਗਤ ਹੈ, ਅਸੀਂ ਤਾਂ ਸੇਵਾਦਾਰ ਹੈ। ਆਏ ਗਏ ਨੂੰ ਬੜੇ ਪਿਆਰ ਨਾਲ ਸਮਝਾਉਣਾ। ਹਜ਼ੂਰ ਸਾਹਿਬ ਮਸਾਂ ਹੀ ਕੈਨੇਡਾ ਦਾ ਜੰਪ ਵਾਲਾ ਗੁਰਸਿੱਖ ਬੱਚਾ, ਉਹ ਕਿਤੇ ਫੋਟੋ ਬਣਾ ਰਿਹਾ ਸੀ, ਵੀਡੀਓ ਕੈਮਰਾ ਬਾਹਰੋਂ ਹੀ ਹਲੇ ਇੱਕ ਬੰਦਾ ਆਇਆ, ਉਹ ਪਿੱਠ ਦੇ ਵਿੱਚ ਹੱਥ ਜਾ ਮਾਰਿਆ, ਕਿਆ ਕਰ ਰਹਾ ਹੈ, ਕਿਉਂ ਫੋਟੋ ਖਿੱਚ ਰਹਾ ਹੈ? ਉਹ ਕਹਿੰਦਾ ਮੈਂ ਤਾਂ ਪਾਲਣ ਕਰ ਲਿਆ, ਮੈਂ ਤਾਂ ਨਹੀਂ ਆਉਂਦਾ ਹਜ਼ੂਰ ਸਾਹਿਬ। ਮਸਾਂ ਉਹਨੂੰ ਲੈ ਕੇ ਆਏ ਸੀ। ਹੁਣ ਜੇ ਆਪਦੇ ਹੀ ਨਾਂ ਲਈਏ ਸਾਰਿਆਂ ਸਥਾਨਾਂ ਦਾ ਤਾਂ ਆਪ ਨੂੰ ਹੀ ਸ਼ਰਮ ਆਉਂਦੀ, ਕੱਲ੍ਹ ਨੂੰ ਮੈਨੂੰ ਹੀ ਕੁਐਸਚਨ ਹੋ ਜਾਣਾ ਵੀ ਤੂੰ ਭਾਈ ਨਾਂ ਨਾ ਲਿਆ ਕਰ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਦੇ ਪਿਆਰਿਓ ਸਮਝਾਓ ਵੀ ਸਾਰਿਆਂ ਨੂੰ ਵੀ ਜੇ ਕੋਈ ਆਉਂਦਾ, ਕੋਈ ਵੀ ਜਦੋਂ ਗੁਰੂ ਘਰ 'ਚ ਆਉਂਦਾ ਤਾਂ ਨੀਵਾਂ ਹੋ ਕੇ ਹੀ ਆਉਂਦਾ। ਬਹੁਤ ਦੁਨੀਆ ਨੂੰ ਮਰਿਆਦਾ ਦਾ ਗਿਆਨ, ਕਿਹੜਾ ਵੀ ਅਸੀਂ ਕਿਤੇ ਪ੍ਰਚਾਰ ਕੀਤਾ ਮਰਿਆਦਾ ਕੀ ਹੁੰਦੀ। ਸੋ ਕਿਸੇ ਥਾਂ ਦੇ ਉੱਤੇ ਜਿਵੇਂ ਬਹੁਤ ਵੱਡਾ ਸਥਾਨ ਸੀ ਬਾਹਰ, ਜਿੱਥੇ ਚਰਨ ਧੋਣੇ ਆ, ਸੰਗਤ ਧੋਂਦੀ ਚਰਨ, ਉੱਥੇ ਨੰਗੇ ਸਿਰ ਕੋਈ ਬੰਦਾ ਆਇਆ ਕੇਰਲਾ ਤੋਂ। ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ, ਉਹ ਤੇ ਆਇਆ ਸੀ ਵੀ ਮੈਂ ਜਾਣਾ ਹਰਿਮੰਦਰ ਸਾਹਿਬ ਦਰਸ਼ਨ ਕਰਨੇ ਨੇ ਪਰਿਵਾਰ ਸਮੇਤ। ਨਹੀਂ ਪਤਾ ਹੁੰਦਾ ਕਈ ਬੰਦਿਆਂ ਨੂੰ ਸਿਰ ਢੱਕਣਾ। ਇੱਕ ਬੰਦਾ ਆਇਆ, ਉਹਨੇ ਉਹ ਸਿਰ 'ਚ ਸੋਟੀ ਮਾਰੀ, ਓਏ ਸਿਰ ਢੱਕ ਆਪਣਾ। ਉਹ ਇੰਨਾ ਡਰਿਆ ਵਿਚਾਰਾ, ਉਹ ਉੱਥੋਂ ਹੀ ਵਾਪਸ ਮੁੜ ਗਿਆ ਪਰਿਵਾਰ ਸਮੇਤ। ਮੈਂ ਦੇਖ ਲਿਆ ਵੀ ਇਹਨੂੰ ਵਿਚਾਰੇ ਨੂੰ ਬਹੁਤ ਮਾੜੀ ਗੱਲ ਹੋਈ। ਮੈਂ ਅੱਗੇ ਜਾ ਕੇ ਉਹਦੇ ਨਾਲ ਜਿੰਨੀ ਕੁ ਆਉਂਦੀ ਸੀ ਹਿੰਦੀ ਇੰਗਲਿਸ਼ ਮਿਲੂ ਕੇ ਗੱਲਬਾਤ ਕੀਤੀ। ਕਹਿੰਦਾ ਮੈਂ ਬਹੁਤ ਸ਼ਰਧਾ ਨਾਲ ਆਇਆ ਹਰਿਮੰਦਰ ਸਾਹਿਬ, ਸਾਡੇ ਆ ਬੱਚਾ ਮਹਾਰਾਜ ਨੇ ਰਾਜੀ ਕੀਤਾ ਸੀ। ਤਾਂ ਮੈਂ ਫਿਰ ਉਹਨੂੰ ਕਿਸੇ ਤਰੀਕੇ ਨਾਲ ਸਮਝੋ ਕੇ ਬਈ ਉਹ ਬੰਦਾ ਚਲੋ ਕੋਈ ਨਹੀਂ, ਜਿਹਾ ਜਿਹਾ ਵੀ ਹੈ ਉਹ ਮੈਂਟਲ ਹੈ, ਇਹ ਉਹ ਕਰਾ ਕੇ ਉਹਨੂੰ ਮੈਂ ਮਨਾ ਲਿਆ। ਮੈਂ ਸਿਰ ਢੱਕ ਲਓ ਅੱਛੀ ਤਰ੍ਹਾਂ, ਨਾਲ ਜਾ ਕੇ ਦਰਸ਼ਨ ਕਰਾਏ, ਉਹਨੂੰ ਬਹੁਤ ਪਿਆਰ ਨਾਲ ਲੰਗਰ ਛਕਾਇਆ। ਅਤੇ ਫਿਰ ਜਦੋਂ ਗਿਆ ਤਾਂ ਇੰਨਾ ਖੁਸ਼ ਹੋਇਆ, ਕਹਿੰਦਾ ਮੈਂ ਤਾਂ ਵਾਪਸੀ ਮੁੜ ਚੱਲਿਆ ਸੀ। ਗੱਲ ਕੀ ਕਿ ਸਾਡੇ ਗੱਲ ਕਰਨ ਦਾ ਤਰੀਕਾ ਹੀ ਬੜਾ ਗਲਤ ਹੈ। ਟੁੱਟ ਕੇ ਪੈਣ ਨਾਲ ਨਹੀਂ ਗੱਲ ਬਣਦੀ, ਤਾਂਹੀਓ ਤੁਸੀਂ ਸਾਰਿਆਂ ਨੂੰ ਤੋੜੀ ਜਾ ਰਹੇ। ਉਹ ਗੱਲ ਨਹੀਂ ਰਹੀ ਕਿ ਹੁਣ ਪੁਰਾਣੀ ਦੁਨੀਆ ਕੇ ਲੋਕਾਂ ਨੂੰ ਜਿੱਦਾਂ ਮਰਜ਼ੀ ਝਿੜਕ ਲੈਣ। ਸਾਰੇ ਲੋਕ ਪੜ੍ਹੇ ਲਿਖੇ ਨੇ, ਸਾਰੇ ਸੱਜਣ ਪਿਆਰ ਚਾਹੁੰਦੇ ਨੇ। ਜੇ ਆਪਾਂ ਸਤਿਕਾਰ ਚਾਹੁੰਦੇ ਹਾਂ ਤਾਂ ਸਾਰੀ ਦੁਨੀਆ ਹੀ ਸਤਿਕਾਰ ਚਾਹੁੰਦੀ ਹੈ। ਇੱਕ ਬੱਚੇ ਨੂੰ ਵੀ ਸਤਿਕਾਰ ਨਾ ਬੋਲੋ, ਆਓ ਜੀ ਪਿਆਰਿਓ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਉਮੈ ਨੂੰ ਵਿੱਚੋਂ ਦੂਰ ਕਰਕੇ ਸਹਿਜ ਵਿੱਚ ਸਮਾ ਜਾਂਦੇ ਨੇ ਗੁਰਮੁਖ। ਹੁਣ ਜਵਾਬ ਵੀ ਦਿੰਦੇ ਨੇ ਅੱਗੇ ਫੇਰ, ਇਹੋ ਮਨ ਮੈਗਲ ਕਹਾਂ ਬਸੀਲੇ ਕਹਾਂ ਬਸੈ ਇਹੋ ਪਵਨ। ਇਹਦਾ ਜਵਾਬ 65ਵੀਂ ਪੌੜੀ 'ਚ, ਇਹੋ ਮਨ ਨਿਹਚਲ ਹਿਰਦੈ ਵਸੀਲੇ। ਇਹ ਮਨ ਉਦੋਂ ਨਿਹਚਲ ਹੁੰਦਾ ਜਦੋਂ ਹਿਰਦੇ ਸਰੂਪ ਵਿੱਚ ਵਸਦਾ ਹੈ। ਅੰਦਰ ਨੂੰ ਮੋੜਨ ਦੀ ਲੋੜ ਹੈ। ਬਾਹਰ ਨੂੰ ਤਾਂ ਇੱਥੋਂ ਬੈਠੇ ਮਨ ਜਿੱਥੇ ਮਰਜ਼ੀ ਤੱਕ ਲੈ ਜਾਓ, ਸੂਰਜ ਚੰਦਰਮਾ ਸਿਤਾਰਿਆਂ ਤੱਕ ਬ੍ਰਹਿਮੰਡਾਂ ਤੱਕ ਮਨ ਨੂੰ, ਕਿਉਂਕਿ ਮਨ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ। ਅੱਧਾ ਨਾਂ ਲੈਂਦੇ ਹੀ ਜਿੱਥੇ ਦਾ ਅੱਧਾ ਵੀ ਨਾਂ ਲਿਆ ਨਾ, ਇੱਕਦਮ ਉੱਥੇ ਪਹੁੰਚ ਜਾਂਦਾ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਹਿਰਦੇ ਸਰੂਪ ਵਿੱਚ ਵਸਦਾ ਉਦੋਂ ਮਨ ਟਿਕਾਓ ਵਿੱਚ ਆ ਜਾਂਦਾ, ਕਿਉਂਕਿ ਇਹਦਾ ਅਸਲੀ ਘਰ ਹੀ ਉਹ ਹੈ। ਗੁਰਮੁਖ ਮੂਲ ਪਛਾਣ ਰਹਿ। ਸਤਿਗੁਰੂ ਜੀ ਦੁਆਰਾ ਇਹ ਆਪਣੇ ਮੂਲ ਨੂੰ ਪਛਾਣ ਕੇ ਟਿਕ ਜਾਂਦਾ ਹੈ। ਜਿਵੇਂ ਮੂਲ ਪਛਾਣ ਲਿਆ ਵੀ ਮੇਰਾ ਮੂਲ ਕੀ ਹੈ, ਪਰਮਾਤਮਾ। ਮੈਂ ਤੁਰਿਆ ਕਿੱਥੇ ਫਿਰਦਾ, ਮਾਇਆ 'ਚ। ਟਿਕ ਜਾਂਦਾ ਹੈ, ਇੱਕ ਮਹਾਨ ਹਸਤੀ ਬਣ ਜਾਂਦਾ ਹੈ, ਇੱਕ ਮਹਾਂਪੁਰਖ ਬਣ ਜਾਂਦਾ ਹੈ, ਮਹਾਂ ਆਤਮਾ ਬਣ ਜਾਂਦਾ। ਨਾਭ ਪਵਨ ਘਰ ਆਸਣ ਬੈਸੈ ਗੁਰਮੁਖ ਖੋਜਤ ਤਤ ਲਹੈ। ਨਾਭ ਤੋਂ ਭਾਵ ਧੁੰਨੀ ਰੂਪ ਘਰ ਵਿੱਚ ਆਸਣ ਉੱਤੇ ਬੈਠਦਾ ਹੈ ਅਤੇ ਗੁਰੂ ਸਾਹਿਬ ਦੁਆਰਾ ਖੋਜਦਿਆਂ ਆਤਮ ਤੱਤ ਨੂੰ ਲੱਭ ਲੈਂਦਾ। ਹੁਣ ਸਿੱਧਾ ਨੂੰ ਸਮਝਾਇਆ ਤਾਂ ਜ਼ਰੂਰੀ ਵੀ ਆਪਾਂ ਨੂੰ ਨਾਭ ਪਵਨ ਘਰ, ਨਾਭੀ ਰੂਪ ਘਰ ਵਿੱਚ। ਇਹ ਚੱਲਦੇ ਸਾਰੇ ਚੱਕਰ ਇੱਥੋਂ ਹੀ ਨੇ।
ਭਗਤੀ ਤਾਂ ਆਪਾਂ ਕਦੇ ਕੀਤੀ ਨਹੀਂ, ਉਸ ਮੰਜ਼ਿਲ 'ਤੇ ਤੁਰੇ ਹੀ ਨਹੀਂ। ਉਹ ਇੱਕੋ ਹੀ ਗੱਲ ਸਾਰਿਆਂ ਨੇ ਰਟੀ ਹੋਈ, ਇਹ ਜੋਗੀਆਂ ਦਾ ਮੱਤ ਹੈ। ਚਲੋ ਮਹਾਰਾਜ ਸੱਚੇ ਪਾਤਸ਼ਾਹ ਸਮੱਤ ਬਖਸ਼ੇ, ਸਾਰਿਆਂ ਨੂੰ ਪਤਾ ਲੱਗ ਜੇ ਵੀ ਇਹ ਰਸਤੇ ਉੱਤੇ ਚੱਲਣਾ, ਮਿਹਨਤ ਕਰਨ ਦੀ ਲੋੜ ਹੈ। ਮਿਹਨਤ ਨਾਲ ਆਪਾਂ ਨੂੰ ਉਹ ਰਸਤਾ ਪਤਾ ਲੱਗ ਜਾਏਗਾ ਕਿ ਇਹ ਤਾਂ ਵਾਕਈ ਸਾਰਾ ਕੁਝ ਉਸੇ ਤਰ੍ਹਾਂ ਹੀ ਹੈ। ਹੁਣ ਗੁਰੂ ਨਾਨਕ ਸਾਹਿਬ ਦੱਸ ਰਹੇ ਨੇ, ਹੁਣ ਗੁਰੂ ਨਾਨਕ ਸਾਹਿਬ ਤੇ ਗੁਰਬਾਣੀ ਤੇ ਤਾਂ ਭਰੋਸਾ ਕਰਨਾ। ਜੇ ਤੁਸੀਂ ਕੋਈ ਜੋਗੀਆਂ ਨੂੰ ਦੱਸਿਆ, ਨਹੀਂ, ਆਪਾਂ ਨੂੰ ਵੀ ਦੱਸ ਰਹੇ ਨੇ ਕਿ ਮਨ ਅੰਦਰ ਹੀ ਹੈ ਔਰ ਧੁੰਨੀ ਰੂਪ ਘਰ ਵਿੱਚ ਆਸਣ ਉੱਤੇ ਬੈਠਦਾ ਅਤੇ ਗੁਰੂ ਸਾਹਿਬ ਦੁਆਰਾ ਖੋਜਦਿਆਂ ਆਤਮ ਤੱਤ ਨੂੰ ਜੀਵ ਲੱਭ ਲੈਂਦਾ। ਸੋ ਸ਼ਬਦ ਨਿਰੰਤਰ ਨਿਜ ਕਰ ਆਛੈ, ਉਹ ਸ਼ਬਦ ਜੋ ਇੱਕ ਰਸ ਹੈ ਨਾ, ਤ੍ਰਿਭਵਨ ਜੋਤ ਸੋ ਸ਼ਬਦ ਲਹੈ, ਨਿਜ ਘਰ ਵਿੱਚ ਹੈ ਜਿਹੜਾ ਸ਼ਬਦ, ਉਹ ਸ਼ਬਦ ਦੁਆਰਾ ਉਸ ਜੋਤ ਨੂੰ, ਉਹ ਜੋਤ ਕਿਤੇ ਨਿੱਕੀ ਜੀ ਦੀਵੇ ਦੀ ਜਾਂ ਬੱਲਬ ਦੀ ਜਾਂ ਕੋਈ ਐਵੇਂ ਮੋਮਬੱਤੀ ਵਰਗੀ ਨਹੀਂ, ਉਹ ਜੋਤ ਜੋ 3 ਲੋਕਾਂ ਵਿੱਚ ਵਿਆਪਕ ਹੈ, ਸਰਬ ਵਿਆਪਕ। ਜਿਵੇਂ ਸੂਰਜ ਦਾ ਪ੍ਰਕਾਸ਼ ਆਪਾਂ ਦੇਖਦੇ ਹਾਂ ਨਾ, ਸਾਰੇ ਕਿਤੇ ਆ ਕੇ ਇਕੱਲੀ ਧਰਤੀ 'ਤੇ ਨਹੀਂ, ਬ੍ਰਹਿਮੰਡਾਂ ਤੱਕ ਇਹ ਪ੍ਰਕਾਸ਼ ਸੂਰਜ ਦਾ ਕਿੱਡੀ ਦੂਰ ਤੱਕ ਜਾਂਦਾ ਹੈ। ਪਰ ਵਾਹਿਗੁਰੂ ਦਾ ਪ੍ਰਕਾਸ਼ ਤਾਂ ਪੂਰਿਆਂ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਪ੍ਰਕਾਸ਼ਮਾਨ ਹੈ, ਵਿਆਪਕ ਹੈ। ਇੰਨਾ ਕਹਿ ਕਿ ਇਹ ਦਿਖਦਾ ਹੈ, ਉਹ ਨਹੀਂ ਦਿਖਦਾ। ਅਤੇ ਜਦੋਂ ਸਾਡਾ ਮਨ ਟਿਕ ਗਿਆ ਤਾਂ ਉਹ ਪ੍ਰਕਾਸ਼ ਗੁਪਤ ਪ੍ਰਗਟ ਸਭ ਜਾਣੀਆਂ ਜੇ ਮਨ ਰਾਖੈ ਠਾਏ, 3 ਲੋਕਾਂ ਵਿੱਚ ਵਿਆਪਕ ਹੈ। ਤ੍ਰਿਭਵਨ ਜੋਤ ਸੋ ਸ਼ਬਦ ਲਹੈ, ਉਹਨੂੰ ਲੱਭ ਲੈਂਦਾ ਹੈ। ਉਹਨੂੰ ਲੱਭਣਾ ਕਿੱਥੋਂ? ਤਾਂ ਹੈ ਹੀ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਾਹਾਂ। ਆਪਾਂ ਸਾਰੇ ਜਾਣੇ ਪਰਮੇਸ਼ਰ ਦੇ ਪ੍ਰਕਾਸ਼ ਸਰੂਪ ਦਰਿਆ ਵਿੱਚ, ਇਸ ਤਰ੍ਹਾਂ ਜਿਵੇਂ ਦਰਿਆ ਵਿੱਚ ਮੱਛੀ, ਮੱਛੀ ਦੇ ਅੰਦਰ ਵੀ ਪਾਣੀ, ਮੱਛੀ ਦੇ ਬਾਹਰ ਵੀ ਪਾਣੀ, ਆਪਣੇ ਅੰਦਰ ਵੀ ਵਾਹਿਗੁਰੂ ਦਾ ਪ੍ਰਕਾਸ਼, ਬਾਹਰ ਵੀ ਪ੍ਰਕਾਸ਼। ਪ੍ਰਕਾਸ਼ ਹੀ ਪ੍ਰਕਾਸ਼ ਦੇ ਵਿੱਚ ਆਪਾਂ ਜਿਉਂਦੇ ਹਾਂ। ਜਿਵੇਂ ਅੱਜ ਕੱਲ੍ਹ ਨਵੀਆਂ ਸਾਇੰਸ ਨੇ ਬੜੀ ਤਰੱਕੀ ਕੀਤੀ, ਆਹ ਸੂਰਜ ਦੀ ਧੁੱਪ ਕਰਕੇ ਕਾਰਾਂ ਚੱਲਦੀਆਂ, ਉਹਦੇ ਉੱਤੇ ਡਿਸਕ ਜੀ ਲਾ ਦਿੰਦੇ ਨੇ, ਬਹੁਤ ਸਾਰੀਆਂ ਟਿਊਬਾਂ, ਲਾਈਟਾਂ, ਸੋਲਰ ਕੁੱਕਰ ਜਿਹੜੇ ਚੱਲਦੇ ਨੇ, ਸੋਲਰ ਟੈਂਕੀਆਂ ਬਣ ਗਈਆਂ, ਪਾਣੀ ਸੂਰਜ ਦੀ ਸਾਰੀ ਸੱਤਾ ਨੂੰ ਇਕੱਠਾ ਕਰ ਲੈਂਦੇ। ਇਸੇ ਤਰ੍ਹਾਂ ਵਾਹਿਗੁਰੂ ਦਾ ਪ੍ਰਕਾਸ਼ ਸਾਡੇ ਉੱਤੇ ਪੈ ਰਿਹਾ, ਉਹਦੇ ਕਰਕੇ ਹੀ ਅਸੀਂ ਸਾਰੇ ਦੇਖਦੇ, ਸੁਣਦੇ, ਬੋਲਦੇ। ਜਦੋਂ ਪ੍ਰਕਾਸ਼ ਹਟਾ ਦਿੰਦੇ ਨੇ, ਜੋਤ ਖਿੱਚ ਲੈਂਦੇ ਨੇ, ਉੱਥੇ ਕੁਝ ਵੀ ਨਹੀਂ ਹੁੰਦਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਉਹ ਤੱਤ ਨੂੰ ਖੋਜ ਲੈਂਦੇ, ਲੱਭ ਲੈਂਦੇ ਨੇ। ਖਾਵੈ ਦੁਖ ਭੂਖ ਸਾਚੇ ਕੀ, ਸਾਚੇ ਹੀ ਤ੍ਰਿਪਤਾਸ ਰਹੈ। ਸੱਚੇ ਨਾਮ ਦੀ ਭੁੱਖ ਹਉਮੈ ਰੂਪੀ ਦੁੱਖਾਂ ਨੂੰ ਖਾਂਦੀ ਹੈ। ਫਿਰ ਕਿਉਂਕਿ ਹੁਣ ਆਪਣਾ ਧਿਆਨ ਨਾਮ ਵੱਲ ਹੋ ਗਿਆ। ਜਦੋਂ ਨਾਮ ਵੱਲ ਧਿਆਨ ਹੋ ਗਿਆ ਤਾਂ ਕੁਦਰਤੀ ਨਿਮਰਤਾ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ। ਨਾਮ ਨਾਲ ਸ਼ੁਭ ਗੁਣ ਵੀ ਆਉਣੇ ਸ਼ੁਰੂ ਹੋ ਜਾਂਦੇ ਨੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਇ ਕਰੇ। ਸੁਣਿਆ ਸਤ ਸੰਤੋਖ ਗਿਆਨ, ਨਾਮ ਨੂੰ ਸੁਣਨ ਦੇ ਨਾਲ, ਜਪਣ ਨਾਲ ਜਦੋਂ ਸਾਡਾ ਧਿਆਨ ਹੀ ਪਰਮੇਸ਼ਰ ਵੱਲ ਚਲਿਆ ਗਿਆ। ਜਿਵੇਂ ਕੋਈ ਬੰਦਾ ਆਪਣੇ ਹੀ ਪਰਛਾਵੇਂ ਨੂੰ ਪਕੜਨ ਲਈ ਦੌੜਦਾ ਹੈ ਨਾ, ਸੂਰਜ ਵੱਲ ਪਿੱਠ ਕਰਕੇ, ਉਹ ਪਰਛਾਵਾਂ ਪਕੜ ਨਹੀਂ ਸਕਦਾ, ਕਿਉਂਕਿ ਪਰਛਾਵਾਂ ਅੱਗੇ ਅੱਗੇ ਤੇ ਬੰਦਾ ਉਹਨੂੰ ਪਕੜਨ ਲਈ ਬਹੁਤ ਕੋਸ਼ਿਸ਼ ਕਰਦਾ। ਕਿਸੇ ਸਿਆਣੇ ਨੇ ਪੁੱਛਿਆ ਕਿੱਧਰ ਨੂੰ ਭੱਜਿਆ ਜਾ, ਕਹਿੰਦਾ ਪਰਛਾਵਾਂ ਪਕੜਨਾ, ਆਪਣੀ ਸ਼ੈਡੋ ਪਕੜਨੀ ਆ ਮੈਂ। ਉਹ ਕਹਿੰਦੇ ਇਸ ਤਰ੍ਹਾਂ ਨਹੀਂ ਪਕੜਿਆ ਜਾਣਾ, ਤੂੰ ਸੂਰਜ ਵੱਲ ਮੂੰਹ ਕਰਕੇ ਦੌੜ, ਇਹ ਪਰਛਾਵਾਂ ਆਪਣੇ ਆਪ ਤੇਰੇ ਪਿੱਛੇ ਪਿੱਛੇ ਆਵੇਗਾ। ਜਦੋਂ ਤੱਕ ਅਸੀਂ ਸਤਿਗੁਰੂ ਤੋਂ ਬੇਮੁਖ ਹੈ, ਪਰੇ ਨੂੰ ਮਾਇਆ ਵੱਲ ਨੂੰ ਦੌੜਦੇ, ਮਾਇਆ ਰੂਪੀ ਪਰਛਾਵਾਂ ਸਾਡੇ ਹੱਥ 'ਚ ਨਹੀਂ ਆ ਸਕਦਾ। ਜਦੋਂ ਅਸੀਂ ਸਤਿਗੁਰੂ ਵੱਲ ਨੂੰ ਚੱਲ ਪਏ ਤਾਂ ਮਾਇਆ, ਮਮਤਾ, ਮੋਹਣੀ ਇਹ ਆਪਣੇ ਆਪ ਮਗਰ ਚਲੀ ਆਉਂਦੀ ਹੈ। ਜਿਨ੍ਹਾਂ ਨੇ ਸਤਿਗੁਰੂ ਦੇ ਚਰਨ ਪਕੜ ਲਏ ਨੇ, ਮਾਇਆ ਨੇ ਉਹਦੇ ਚਰਨ ਪਕੜ ਲਏ ਨੇ। ਜਿਨ੍ਹਾਂ ਨੇ ਮਾਇਆ ਦੇ ਚਰਨ ਪਕੜੇ ਨੇ, ਹੁਣ ਸਤਿਗੁਰੂ ਨੇ ਤਾਂ ਉਹਦੇ ਚਰਨ ਨਹੀਂ ਪਕੜਨੇ ਨਾ। ਇਸ ਕਰਕੇ ਸਤਿਗੁਰੂ ਦੇ ਚਰਨ ਪਕੜਨੇ ਨੇ, ਪਰਮੇਸ਼ਰ ਦੇ ਚਰਨ ਪਕੜਦੇ ਨੇ, ਚਿੱਤ ਚਰਨ ਨਾਮ ਰੂਪੀ ਚਰਨ ਪਕੜਨੇ ਨੇ, ਤਾਂ ਸਾਡੇ ਮਗਰ ਸਾਰਾ ਕੁਝ ਆਉਂਦਾ ਹੈ। ਕਿਉਂਕਿ ਮਾਇਆ ਦੀ ਹੀ ਉਪਾਧੀ ਹੈ ਹਉਮੈ, ਅਵਿਦਿਆ, ਕਾਮ, ਕ੍ਰੋਧ ਆਦਿ ਸਭ ਮਾਇਆ ਵਿੱਚ ਨੇ। ਜਦੋਂ ਅਸੀਂ ਮੇਨ ਚੀਜ਼ ਹੀ ਛੱਡ ਦਿੱਤੀ, ਮਾਇਆ ਦਾ ਮੁੱਦਾ ਹੀ ਛੱਡ ਦਿੱਤਾ ਕਿ ਚਰਨ ਪਕੜ ਲਏ, ਕੀ ਖਿਆਲ ਭੁੱਖੇ ਮਰਾਂਗੇ? ਨਾ, ਉਹ ਪਿੱਛੇ ਹੀ ਤੁਰੀ ਆਉਂਦੀ ਅਤੇ ਹਉਮੈ ਆਦਿਕ ਦਾ ਭਾਵ ਆਪਣੇ ਆਪ ਹੀ ਖਤਮ ਹੋ ਜਾਂਦਾ, ਖਤਮ ਹੀ ਹੋ ਜਾਂਦੀਆਂ। ਫਿਰ ਜੀਵ ਸੱਚੇ ਨਾਮ ਨਾਲ ਰੱਜਿਆ ਹੀ ਰਹਿੰਦਾ ਹਮੇਸ਼ਾ, ਬਈ ਕਿਸੇ ਚੀਜ਼ ਦੀ ਲੋੜ ਨਹੀਂ, ਸਾਚੇ ਹੀ ਤ੍ਰਿਪਤਾਸ ਰਹਿ, ਮਾਇਆ ਦੀ ਇੱਛਾ ਹੀ ਨਹੀਂ ਕਰਦਾ। ਇੱਕ ਗੱਲ ਯਾਦ ਰੱਖੋ, ਜੇ ਅਸੀਂ ਇੱਛਾ ਕਰੀਏ ਜਾਂ ਨਾ ਕਰੀਏ, ਪਰ ਜਿਹੜੀ ਮੱਥੇ ਉੱਤੇ ਲਿਖੀ ਹੋਈ ਪ੍ਰਾਰਬਧ ਉਹ ਨਹੀਂ ਮਰਦੀ, ਉਹ ਤਾਂ ਮਿਲਣੀ ਹੀ ਮਿਲਣੀ ਹੈ। ਉਹ ਪ੍ਰਾਰਬਧ 'ਤੇ ਯਕੀਨ ਕਰਕੇ
ਭਗਤੀ ਕਰਦੇ ਨੇ, ਵਾਹਿਗੁਰੂ ਆਪੇ ਹੀ ਉਹਨਾਂ ਨੂੰ ਰੋਜੀ ਰੋਟੀ ਭੇਜੀ ਜਾਂਦੇ ਨੇ। ਅਨਹਦ ਬਾਣੀ ਗੁਰਮੁਖ ਜਾਣੀ, ਬਿਰਲੋ ਕੋ ਅਰਥਾਵੈ। ਅਨਹਤ ਬਾਣੀ ਗੁਰੂ ਦੁਆਰਾ ਹੀ ਜਾਣੀ ਜਾਂਦੀ ਹੈ, ਫਿਰ ਜੀਵ ਸੱਚੇ ਨਾਮ ਨਾਲ ਹੀ ਰੱਜਿਆ ਰਹਿੰਦਾ ਹੈ। ਅਨਹਤ ਬਾਣੀ ਜਿਹੜੀ ਹੈ ਨਾ, ਇਹ ਗੁਰਮੁਖ ਨਹੀਂ ਜਾਣੀ ਹੈ, ਪਰ ਉਸ ਅਨਹਦ ਬਾਣੀ ਦਾ ਅਰਥ ਭੇਦ ਕੋਈ ਵਿਰਲਾ ਹੀ ਕਰ ਸਕਦਾ ਹੈ। ਬਾਣੀ ਦੇ ਅਰਥ ਜਿਹੜੇ ਨੇ, ਜੇ ਕੋਈ ਕਹੇ ਮੈਂ ਵਿਆਕਰਣ ਪੜ੍ਹ ਲਈ, ਮੈਂ ਡਬਲ MA ਆ, ਟ੍ਰਿਪਲ MA ਆ, ਮੈਂ ਕਹਿੰਦਾ ਭਾਵੇਂ 10 MA ਕੀਤੀਆਂ ਹੋਣ, ਭਾਵੇਂ ਦੁਨੀਆ ਭਰ ਦੀ ਵਿਆਕਰਣ ਪੜ੍ਹ ਲਵੇ, ਪਰ ਉਹ ਵਿਆਕਰਣ ਦੇ ਰਾਹੀਂ ਜਾਂ ਆਪਣੀ ਵਿੱਦਿਆ ਦੇ ਰਾਹੀਂ ਗੁਰਬਾਣੀ ਦੇ ਅਰਥ ਬੋਧ ਨੂੰ ਚੰਗੀ ਤਰ੍ਹਾਂ ਪਕੜ ਨਹੀਂ ਸਕਦਾ। ਜਦੋਂ ਤੱਕ ਉਹ ਗੁਰੂ ਦਾ ਅੰਮ੍ਰਿਤ ਛਕ ਕੇ, ਗੁਰੂ ਵਾਲਾ ਬਣ ਕੇ, ਅੰਮ੍ਰਿਤ ਵੇਲੇ ਉੱਠ ਕੇ ਆਪ ਕਮਾਈ ਨਹੀਂ ਕਰਦਾ, ਭਗਤੀ ਨਹੀਂ ਕਰਦਾ। ਗੁਰਬਾਣੀ ਅਨੁਭਵੀ ਚੀਜ਼ ਆ, ਅਨੁਭਵ ਅੰਦਰੋਂ ਹੀ ਹੋ ਜਾਂਦਾ ਕਿ ਇਹਦਾ ਸਹੀ ਭਾਵ ਅਰਥ ਕੀ ਹੈ। ਸਹੀ ਭਾਵ ਅਰਥ ਜਾਣਨ ਲਈ ਜੀਵਨ ਨੂੰ ਅਮਲੀ ਰੂਪ ਦੇਣਾ ਪੈਂਦਾ, ਨਾ ਕਿ ਪੜ੍ਹਾਈ ਕਰਕੇ ਕੇਵਲ ਇਹਦੇ ਅਰਥ ਹੋ ਜਾਂਦੇ ਨੇ। ਹੁਣ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਆਖੈ ਸੱਚ ਸੁਭਾਖੈ, ਸੱਚ ਰੱਪੈ ਰੰਗ ਕਬਹੂ ਨਾ ਜਾਵੈ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਸ ਨੇ ਇਸ ਭੇਦ ਨੂੰ ਸਮਝ ਲਿਆ ਹੈ, ਉਹ ਸੱਚ ਰੂਪ ਹਰੀ ਨੂੰ ਜਪਦਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਨੇ ਇਸ ਭੇਦ ਨੂੰ ਸਮਝ ਲਿਆ ਨਾ, ਉਹ ਸੱਚ ਹਰੀ ਨੂੰ ਜਪਦਾ ਹੈ। ਜੋ ਇੱਕ ਵਾਰੀ ਸੱਚ ਵਿੱਚ ਰੰਗਿਆ ਜਾਂਦਾ, ਉਸ ਦਾ ਰੰਗ ਕਦੇ ਨਹੀਂ ਉਤਰਦਾ, ਉਹਨੂੰ ਪੱਕਾ ਰੰਗ ਚੜ੍ਹ ਜਾਂਦਾ ਹੈ। ਮਜੀਠੀ ਰੰਗ ਕਿਹਾ ਜਾਂਦਾ। ਬਾਕੀ ਸੰਸਾਰਕ ਰੰਗਾਂ ਨੂੰ, ਜਿਵੇਂ ਮਹਾਰਾਜ ਨੇ ਕਿਹਾ ਨਾ, ਕੱਚਾ ਰੰਗ ਕੁਸੁੰਭ ਕਾ ਥੋੜੜਿਆਂ ਦਿਨ ਚਾਰ ਜੀਓ। ਜਿਹਦੇ ਉੱਤੇ ਸੱਚਾ ਰੰਗ ਚੜ੍ਹ ਗਿਆ, ਇਹ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜ੍ਹਾਏ, ਰੂੜੀ ਬਾਣੀ ਜੇ ਰੱਪੈ ਤਾਂ ਨਾ ਇਹੋ ਰੰਗ ਲਹਿ ਨਾ ਜਾਏ। ਫਿਰ ਉਹ ਰੰਗ ਲਹਿੰਦਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਸਾਰਾ ਕੁਝ ਕਰਦੇ ਆਪ ਹੀ ਨੇ, ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ। ਇਸ ਕਰਕੇ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਸਾਨੂੰ ਵੀ ਨਾਮ ਦਾ ਰੰਗ ਬਖਸ਼ ਦਿਓ। 10ਵੇਂ ਪਾਤਸ਼ਾਹ ਨੇ ਜ਼ਫਰਨਾਮੇ ਦੇ ਵਿੱਚ ਬਹੁਤ ਮੰਗ ਕੀਤੀ ਕਿ ਵਾਹਿਗੁਰੂ ਮੈਨੂੰ ਨਾਮ ਦਾ ਸਬਜ਼ ਪਿਆਲਾ ਦੇ। ਹਰ ਜਗ੍ਹਾ ਮੰਗ ਕੀਤੀ, ਮੇਰੇ ਨਾਮ ਨੂੰ, ਮੇਰੇ ਮਨ ਨੂੰ ਵੀ ਉਹ ਨਾਮ ਦਾ ਰੰਗ ਚੜ੍ਹਾ ਦਿਓ, ਮੈਨੂੰ ਵੀ ਉਹ ਪਿਆਲਾ ਬਖਸ਼ਿਸ਼ ਕਰੋ ਸਬਜ਼ ਰੰਗ ਦਾ, ਮੇਰੇ ਮਨ ਨੂੰ ਵੀ ਪ੍ਰਕਾਸ਼ ਬਖਸ਼ ਦਿਓ। ਸੋ ਆਓ ਪਿਆਰ ਨਾਲ ਆਪਾਂ ਵੀ ਬੇਨਤੀ ਕਰੀਏ ਕਿ ਸਾਨੂੰ ਵੀ ਨਾਮ ਰੰਗ ਵਿੱਚ ਰੰਗ ਦਿਓ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਗੁਰ ਤੁਠੈ ਹਰ ਰੰਗ ਚਾੜਿਆ, ਫਿਰ ਬੌੜ ਨਾ ਹੋਵੀ ਭੰਗ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।